मैं 47 दिन ਸਿੰਘੂ ਬਾਰਡਰ ਦੇ ਉੱਤੇ ਮਰਨ ਵਰਤ ਰੱਖਿਆ ਸੀ ਜੀ। 13 ਦਸੰਬਰ ਤੋਂ ਲੈ ਕੇ ਫਰਵਰੀ ਦੇ 12-13 ਤੱਕ ਰਿੰਗ ਰੋਡ ਤੇ ਟਰੈਕਟਰ ਪਰੇਡ ਕੱਢ ਰਹੇ ਸੀਗੇ ਜਾਂ 26 ਜਨਵਰੀ ਦਾ ਪ੍ਰੋਗਰਾਮ ਬਣਾਇਆ ਸੀ। ਉਸ ਸਮੇਂ ਮੈਂ ਇਹ ਕਿਹਾ ਸੀ ਵੀ ਇਹ ਕੰਮ ਕਰਨ ਦੀ ਲੋੜ ਨਹੀਂ, ਆਪਾਂ ਨੂੰ ਇੱਕ ਕਾਲਾ ਦਿਵਸ ਮਨਾਉਣਾ ਚਾਹੀਦਾ ਹੈਗਾ। ਤੁਹਾਨੂੰ ਲੱਗਦਾ ਵੀ ਇਹ ਸਾਰੀ ਜਿਹੜੀ ਜੱਦੋ-ਜਹਿਦ ਚੱਲ ਰਹੀ ਹੈ ਪਿਛਲੇ 4-6 ਮਹੀਨਿਆਂ ਤੋਂ, ਉਹਦੇ ਬਾਅਦ ਕਿਤੇ ਨਾ ਕਿਤੇ ਸਰਕਾਰ ਤੇ ਫਰਕ ਪਏਗਾ, ਕਿਸਾਨਾਂ ਦੀ ਸੁਣਵਾਈ ਕਿਤੇ ਹੋਏਗੀ ਕਿ ਲੰਮਾ ਜਾਏਗਾ ਹਜੇ? ਜੋ ਰਾਜੋਵਾਲ ਸਾਹਿਬ ਨੇ ਚਿੱਠੀ ਲਿਖੀ ਆ ਉਹਦੇ ਤੇ ਜੋ ਉਹਨਾਂ ਨੇ ਗੱਲ ਕਹੀ ਆ, ਮੈਂ ਉਹਦੇ ਤੋਂ ਉਹਨਾਂ ਨੂੰ ਇਹ ਕਹੂੰਗਾ ਜੀ, ਕਿਸਾਨ ਜਥੇਬੰਦੀਆਂ ਨੂੰ ਹੁਣ ਮੇਰੀ ਅਪੀਲ ਆ ਵੀ ਆਪਾਂ ਨੂੰ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ। ਜਿਹੜਾ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਨੇ ਕਹੀ ਸੀ, ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਇੱਕ ਫੋਨ ਕਾਲ ਕਰਾਂਗਾ ਤਾਂ ਮੁੱਦੇ ਹੱਲ ਹੋ ਜਾਣਗੇ ਜਾਂ ਵਾਪਸ। ਉਹਨਾਂ ਨੇ ਕਿਹਾ ਸੀ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ। ਇਹ ਤਾਂ ਸਾਡੇ ਨਾਲ ਉਹ ਪਹਿਲਾਂ ਵੀ ਕਰਦੇ ਆਏ ਨੇ, 10 ਸਾਲ ਸਾਨੂੰ ਆਇਆ ਰਾਮ ਗਿਆ ਰਾਮ ਇਹਨਾਂ ਨੇ ਕੀਤਾ ਹੈਗਾ, ਤੇ ਹੁਣ ਵੀ ਉਹਨਾਂ ਦੀ ਇਹੀ ਕਾਲ ਆ। ਹੁਣ ਮੈਂ ਜਥੇਬੰਦੀਆਂ ਨੂੰ ਇਹ ਕਹੂੰਗਾ ਵੀ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ। ਬੀਜੇਪੀ 'ਚ ਇਹਨਾਂ ਤੋਂ ਵੀ ਸਿਆਣਾ ਲੋਕ ਬੈਠੇ ਨੇ, ਇਹਨਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ। ਜੇ ਅਸਤੀਫਾ ਨਹੀਂ ਦਿੰਦੇ ਤਾਂ ਮੈਂ ਹਿੰਦੁਸਤਾਨ ਦੀ ਜਨਤਾ ਨੂੰ ਅਪੀਲ ਕਰਦਾ ਵੀ ਆਪਾਂ ਇੱਕ ਰੀਕਾਲ ਕਰੀਏ ਫੋਰ ਆਪਾਂ ਹਾਈ ਸੁਪਰੀਮ ਕੋਰਟ 'ਚ ਪਾਈਏ ਫੋਰ ਪ੍ਰਾਈਮ ਮਿਨਿਸਟਰ ਪੋਸਟ ਦੇ ਲਈ, ਰੀਕਾਲ ਇਲੈਕਸ਼ਨ ਫੋਰ ਪ੍ਰਾਈਮ ਮਿਨਿਸਟਰ ਪੋਸਟ ਦੇ ਲਈ ਆਪਾਂ ਉਹ ਹਾਈ ਸੁਪਰੀਮ ਕੋਰਟ 'ਚ ਪਾ ਕੇ ਇੱਥੋਂ ਕੁਰਸੀ ਤੋਂ ਪ੍ਰਾਈਮ ਮਿਨਿਸਟਰ ਨੂੰ ਉਤਰਵਾਈਏ। ਜਦੋਂ ਇਹ ਪ੍ਰਧਾਨ ਮੰਤਰੀ ਉਤਰ ਗਿਆ ਤੇ ਸਾਡੇ ਬਿੱਲ ਵੀ ਵਾਪਸ ਜਾਣਗੇ ਜੀ, ਤੇ ਜੋ ਇਹ ਕਰੋਨਾ ਕਹਿ ਰਿਹਾ ਸੰਭਲ ਨਹੀਂ ਰਿਹਾ, ਸਭ ਕੁਝ ਸਹੀ ਹੋ ਜਾਏਗਾ। ਸਿਰਫ ਇਹ ਆਪਦੀਆਂ ਮਨਮਰਜ਼ੀਆਂ ਕਰਕੇ, ਆਪਦੀ ਤਾਨਾਸ਼ਾਹੀ ਕਰਕੇ ਇਹ ਨਾ ਤਾਂ ਆਪ ਸੁਧਰ ਰਿਹਾ ਤੇ ਨਾ ਹੀ ਹਿੰਦੁਸਤਾਨ ਦੀ ਜਨਤਾ ਨੂੰ ਚੈਨ ਮਿਲ ਰਿਹਾ। ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਉਹ ਇੱਕ ਵਾਰ ਫਿਰ ਤੋਂ ਭਖਿਆ ਹੋਇਆ ਹੈ ਤੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ 26 ਤਰੀਕ ਦੀ ਪੂਰੇ ਦੇਸ਼ ਦੇ ਵਿੱਚ ਕਾਲ ਦਿੱਤੀ ਹੈ ਕਾਲਾ ਦਿਵਸ ਮਨਾਉਣ ਦੀ। ਕਾਲਾ ਦਿਵਸ ਮਨਾਉਣ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਲੋਕ ਨੇ ਉਹ ਖਾਸ ਕਰਕੇ ਪਬਲਿਕ ਵੀ ਤੇ ਕਿਸਾਨ ਵੀ ਜਾਂ ਜਿਹੜੇ ਵੀ ਕਿਸਾਨਾਂ ਦੇ ਹਿਮਾਇਤੀ ਨੇ ਉਹ ਘਰਾਂ 'ਤੇ ਕਾਲੇ ਝੰਡੇ ਲਾਉਣ ਤੇ ਜਿੱਥੇ ਪੋਸੀਬਲ ਹੋ ਸਕੇ ਕਾਲਾ ਦਿਵਸ ਮਨਾਉਣ ਦੇ ਵਿੱਚ ਦੁਕਾਨਾਂ 'ਤੇ ਘਰਾਂ 'ਤੇ ਹਰ ਜਗ੍ਹਾ 'ਤੇ ਕਾਲੇ ਝੰਡੇ ਤੇ ਰੋਸ ਜਿਹੜਾ ਹੈ ਉਹ ਆਪਣਾ ਜ਼ਾਹਿਰ ਕਰਨ। ਉਸ ਦੇ ਵਿੱਚ ਹੀ ਕਈ ਉਹਨਾਂ ਇਸ ਚੀਜ਼ ਨੂੰ ਜਿਹੜੇ ਹੈਗੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੀ ਹਮਾਇਤ ਇਸ ਬਾਰੇ ਕਰਦੇ ਨੇ। ਉਹਦੇ ਵਿੱਚ ਅੱਜ ਅਸੀਂ ਆਏ ਹਾਂ ਮੋਹਾਲੀ, ਉੱਥੇ ਮਹੰਤ ਜਸਬੀਰ ਦਾਸ ਜੀ ਨੇ ਜਿਹੜੇ ਕਿ ਪ੍ਰਧਾਨ ਨੇ ਅਕਾਲੀ ਦਲ ਫੇਰੂਮਾਨ ਦੇ ਅਤੇ ਉਹ ਜਨਰਲ ਸਕੱਤਰ ਨੇ ਸਾਧੂ ਸਮਾਜ ਦੇ। ਉਹਨਾਂ ਨੇ ਜਿਹੜਾ ਹੈਗਾ ਆਪਣਾ ਪੱਖ ਰੱਖਿਆ ਇਸ ਨੂੰ ਲੈ ਕੇ, ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ, ਜੋ ਦੀਪ ਸਿੱਧੂ ਦਾ ਇੱਕ ਸੀਨ ਚੱਲ ਰਿਹਾ ਉਸ ਨੂੰ ਲੈ ਕੇ ਆਪਣੇ ਪੱਖ ਨੂੰ ਜਿਹੜਾ ਉਹ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹੈ। ਇਸ 'ਚੋਂ ਕੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦਾ ਕੀ ਕਹਿਣਾ ਹੈ, ਉਸ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਜੀ ਗਲੋਬਲ ਪੰਜਾਬ ਦੇਖ ਰਹੇ ਸਰੋਤਿਆਂ ਨੂੰ ਮੇਰੀ ਤਰਫ ਤੋਂ ਮਹੰਤ ਜਸਬੀਰ ਦਾਸ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹ ਦੱਸਣਾ ਚਾਹਾਂਗਾ ਜੀ, ਮੈਂ 47 ਦਿਨ ਸਿੰਘੂ ਬਾਰਡਰ ਦੇ ਉੱਤੇ ਮਰਨ ਵਰਤ ਰੱਖਿਆ ਸੀ ਜੀ। 13 ਦਸੰਬਰ ਤੋਂ ਲੈ ਕੇ ਫਰਵਰੀ ਦੇ 12-13 ਤੱਕ ਜੀ, ਫਰਵਰੀ 19 ਤੱਕ। ਤੇ ਇਹਨਾਂ ਨੇ ਜਥੇਬੰਦੀਆਂ ਨੇ ਆ ਕੇ ਜੀ, ਕੁਝ ਜਥੇਬੰਦੀਆਂ ਦੇ ਆਗੂ ਆਏ ਸਨ, ਜਿਵੇਂ ਹਰਿੰਦਰ ਸਿੰਘ ਲੱਖੋਵਾਲ ਹੋ ਗਏ ਜੀ ਤੇ ਆਪਣਾ ਚੜੂਨੀ ਜੀ ਹੋ ਗਏ, ਹੋਰ ਕਈ ਅਹੁਦੇਦਾਰ ਸੀਗੇ ਜਿਹੜੇ ਉੱਥੇ ਮੇਰੇ ਕੋਲ ਆਏ ਸੀਗੇ। ਨਾਲ ਮੈਨੂੰ ਆਪਣੇ ਜੋ ਜਥੇਦਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਦਿੱਲੀ ਗੁਰਦੁਆਰਾ ਕਮੇਟੀ ਦੇ ਜਥੇਦਾਰ, ਤੇ ਇੱਥੋਂ ਪੰਜਾਬ ਦੇ ਕੁਝ ਜਥੇਦਾਰ ਜਿਵੇਂ ਬਾਬਾ ਨਾਨਕਸਰ ਕਲੇਰਾਂ ਤੋਂ ਹੋ ਗਏ, ਬਾਬਾ ਜੀ ਲੱਖਾ ਜੀ ਤੇ ਬਾਬਾ ਗੁਰਦਿਆਲ ਜੀ, ਤੇ ਇਸ ਤਰ੍ਹਾਂ ਹੀ ਸਾਧੂ ਸੰਤ, ਹਿੰਦੂ ਧਰਮ ਦੇ ਸਾਧੂ ਸੰਤ ਕੁਛ ਮੇਰੇ ਕੋਲ ਆਏ ਸੀ, ਜਿਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਸੀਗੀ ਜੀ ਤੁਸੀਂ ਹੁਣ ਆਪਦਾ ਵਰਤ ਆ ਜਿਹੜਾ ਇਹਨੂੰ ਖੋਲ੍ਹ ਦਿਓ, ਕਿਉਂਕਿ ਇਹ ਆਪਣਾ ਕਾਫੀ ਟਾਈਮ ਹੋ ਗਿਆ, ਸਾਨੂੰ ਇਹ ਲੜਾਈ ਜਿਹੜੀ ਲੰਬੀ ਖਿੱਚੇਗੀ, ਲੰਬੀ ਲਈ ਤੁਹਾਨੂੰ ਤੁਹਾਡੀ ਜਾਨ ਦੀ ਬੜੀ ਕੀਮਤ ਦੀ ਲੋੜ ਆ। ਇਹ ਆਪਾਂ ਅੱਗੇ ਵੀ ਕੋਈ ਲੜਾਈਆਂ, ਅੱਗੇ ਵੀ ਅੰਦੋਲਨ ਲੜਨੇ ਆ, ਉਹਨਾਂ ਦੇ ਲਈ ਸਾਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਨੂੰ ਖੋਲ੍ਹ ਦਿਓ। ਮੈਂ ਉਹਨਾਂ ਦੀ ਆ ਗੱਲ ਨੂੰ ਮੰਨਦੇ ਹੋਏ ਆਪਦਾ ਮਰਨ ਵਰਤ ਖੋਲ੍ਹਤਾ ਸੀ ਜੀ, ਪਰ ਮੈਂ ਇਹ ਕਿਹਾ ਸੀ ਵੀ ਜੇ ਸਰਕਾਰ ਨਹੀਂ ਮੰਨੇਗੀ ਤਾਂ ਮੈਂ ਦੁਬਾਰਾ ਆਪਣਾ ਮਰਨ ਵਰਤ ਫੇਰ ਰੱਖਾਂਗਾ। ਤੇ ਜੇ ਹੁਣ ਮੈਂ ਸਿੰਘੂ ਬਾਰਡਰ 'ਤੇ ਰੱਖਿਆ, ਫਿਰ ਮੈਂ ਦਿੱਲੀ ਦੇ ਵਿੱਚ ਜਾ ਕੇ ਰੱਖਾਂਗਾ। ਤੇ ਮੈਂ ਉਹ ਗੱਲ ਨੂੰ ਮੰਨਦੇ ਹੋਏ ਖੋਲ੍ਹਿਆ ਸੀ ਜੀ। ਤੇ ਮੈਂ ਹੁਣ ਵੀ ਇਹੀ ਕਹਿ ਰਿਹਾ, ਜੋ 26 ਮਈ ਦਾ ਅਸੀਂ ਪ੍ਰੋਗਰਾਮ ਲੀਕਿਆ, ਇਹ ਤਾਂ ਮੈਂ ਜਨਵਰੀ ਦੇ ਵਿੱਚ ਹੀ ਦਿੱਲੀ ਜਦੋਂ ਬਾਰਡਰ 'ਤੇ ਮੈਂ ਸਿੰਘੂ 'ਤੇ ਬੈਠਾ ਹੋਇਆ ਸੀ ਮਰਨ ਵਰਤ 'ਤੇ, ਮੈਂ ਉਦੋਂ ਹੀ ਅਨਾਊਂਸ ਕਰਤਾ ਸੀ ਇਹ ਗੱਲ ਵੀ ਸਾਡੇ ਜੋ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੀਦੀ ਹੈ ਦੇਸ਼ ਵਾਸੀਆਂ ਦੇ ਲਈ। ਜਦੋਂ ਆਪਾਂ ਰਿੰਗ ਰੋਡ 'ਤੇ ਟਰੈਕਟਰ ਪਰੇਡ ਕੱਢ ਰਹੇ ਸੀਗੇ ਜਾਂ 26 ਜਨਵਰੀ ਦਾ ਪ੍ਰੋਗਰਾਮ ਬਣਾਇਆ ਸੀ, ਉਸ ਸਮੇਂ ਮੈਂ ਇਹ ਕਿਹਾ ਸੀ ਵੀ ਇਹ ਕੰਮ ਕਰਨ ਦੀ ਲੋੜ ਨਹੀਂ, ਆਪਾਂ ਨੂੰ ਇੱਕ ਕਾਲਾ ਦਿਵਸ ਮਨਾਉਣਾ ਚਾਹੀਦਾ ਹੈਗਾ।
ਉਹਦੇ ਲਈ ਜਿੰਨੇ ਹਿੰਦੁਸਤਾਨ ਦੀ ਜਨਤਾ ਗਈ ਆ ਉਹਨੂੰ ਅਪੀਲ ਕਰਨੀ ਚਾਹੀਦੀ ਆ, ਕਿਉਂਕਿ ਜੇ ਕਿਸਾਨ ਹੀ ਨਹੀਂ ਹੋਏਗਾ ਤੇ ਦੇਸ਼ ਦੀ ਜਨਤਾ ਲਈ ਪੈਦਾਵਾਰ ਕਰਨ ਵਾਲਾ ਹੀ ਨਹੀਂ ਹੋਏਗਾ ਤੇ ਉਹਨਾਂ ਦੇ ਖਾਣ ਲਈ ਕਿੱਥੋਂ ਆਏਗਾ। ਜਸਵੀਰ ਦਾਸ ਜੀ, ਮੈਂ ਇੱਥੇ ਗੱਲ ਕਹਿਣਾ ਚਾਹੂੰਗੀ, ਤੁਸੀਂ ਦੇਖ ਹੀ ਰਹੇ ਹੋ ਕਿ ਕਿਸਾਨਾਂ ਦਾ ਜਿਹੜਾ ਇੱਕ ਸੰਘਰਸ਼ ਹੈਗਾ ਬਹੁਤ ਲੰਮਾ ਹੋ ਗਿਆ ਹੈ। ਸਰਕਾਰਾਂ ਜਿਹੜੀਆਂ ਜ਼ਿਆਦਾਤਰ ਸੁਣਨ ਨੂੰ ਤਿਆਰ ਨਹੀਂ ਹੈਗੀਆਂ। ਹੁਣੀ ਅਸੀਂ ਪਿੱਛੇ ਜਿਹੜੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ, ਖਾਸ ਕਰਕੇ ਜੇ ਅਸੀਂ ਗੱਲ ਕਰੀਏ ਰਾਜੇਵਾਲ ਸਾਹਿਬ ਆਏ ਸੀਗੇ, ਉਗਰਾਹਾਂ ਆਏ ਸੀਗੇ, ਉਹਨਾਂ ਨੇ ਜੇ ਗੱਲਾਂ ਕੀਤੀਆਂ, ਖਾਸ ਕਰਕੇ ਰਾਜੇਵਾਲ ਸਾਹਿਬ ਨੇ ਕੱਲ੍ਹ ਗੱਲ ਜ਼ਰੂਰ ਕਹੀ ਹੈ, ਕਿਸਾਨ ਆਗੂ ਜਿਹੜੇ ਸਭ ਤੋਂ ਕੱਦਾਵਰ ਮੰਨੇ ਜਾਂਦੇ ਹੈ ਵੀ ਨੇ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ, ਉਹਨਾਂ ਨੇ ਕਿ ਇੱਕ ਚਿੱਠੀ ਲਿਖ ਛੱਡੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗੱਲ ਆਪ ਹੁਣ ਤੋਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਆਬਜੈਕਸ਼ਨ ਨਾ ਹੋਵੇ। ਤੁਹਾਨੂੰ ਲੱਗਦਾ ਵੀ ਇਹ ਸਾਰੀ ਜਿਹੜੀ ਜਹਿਦ ਚੱਲ ਰਹੀ ਹੈ ਪਿਛਲੇ 4-6 ਮਹੀਨਿਆਂ ਤੋਂ, ਉਹਦੇ ਬਾਅਦ ਕਿਤੇ ਨਾ ਕਿਤੇ ਸਰਕਾਰ 'ਤੇ ਫਰਕ ਪਏਗਾ, ਕਿਸਾਨਾਂ ਦੀ ਸੁਣਵਾਈ ਕਿਤੇ ਹੋਏਗੀ ਕਿ ਇਹ ਲੰਮਾ ਜਾਏਗਾ ਹਜੇ? ਜਿਸ ਤਰੀਕੇ ਨਾਲ ਅੱਜ ਅਸੀਂ ਸੋਚ ਰਹੇ ਹਾਂ ਜੀ, ਸਰਕਾਰ 'ਤੇ ਤਾਂ ਪਹਿਲਾਂ ਵੀ ਨਹੀਂ ਫਰਕ ਪਿਆ ਤੇ ਹੁਣ ਵੀ ਨਹੀਂ ਪਏਗਾ, ਕਿਉਂਕਿ ਗੱਲਬਾਤ ਤੋਂ ਸਰਕਾਰ ਭੱਜੀ ਸੀ, ਅਸੀਂ ਨਹੀਂ ਭੱਜੇ ਸੀ। ਅਸੀਂ 10 ਗੇੜ ਦੀਆਂ ਮੀਟਿੰਗਾਂ ਕਰ ਲਈਆਂ ਸੀ ਸਰਕਾਰ ਨਾਲ। ਸਾਨੂੰ ਤਾਂ ਸਰਕਾਰ ਨੇ ਬੇਵਕੂਫ ਬਣਾਈ ਗਏ ਵੀ ਹਾਂਜੀ ਆਇਆ ਰਾਮ ਗਿਆ ਰਾਮ ਵਾਲੀ ਗੱਲ ਕਰੀ ਗਏ ਵੀ ਹਾਂਜੀ ਚਲੋ ਜੀ ਇਹਨਾਂ ਨਾਲ ਚੱਲੀ ਜਾਂਦਾ ਚੱਲੀ ਜਾਵੇ। ਹੁਣ ਮੈਂ ਜੋ ਰਾਜੋਵਾਲ ਸਾਹਿਬ ਨੇ ਚਿੱਠੀ ਲਿਖੀ ਆ ਉਹਦੇ 'ਤੇ ਜੋ ਉਹਨਾਂ ਨੇ ਗੱਲ ਕਹੀ ਆ, ਮੈਂ ਉਹਦੇ 'ਤੇ ਉਹਨਾਂ ਨੂੰ ਇਹ ਕਹੂੰਗਾ ਜੀ, ਕਿਸਾਨ ਜਥੇਬੰਦੀਆਂ ਨੂੰ ਹੁਣ ਮੇਰੀ ਅਪੀਲ ਆ ਵੀ ਆਪਾਂ ਨੂੰ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਜੋ ਇਹਨਾਂ ਨੇ 10 ਵਾਰੀ ਆਪਣੇ ਨਾਲ ਹਾਲ ਕੀਤਾ ਹੁਣ ਵੀ ਉਹੀ ਕਰਨਗੇ। ਜੇ ਕਿਤੇ ਕੋਈ ਅੰਦਰ ਖਾਤੇ ਗੱਲ ਹੋ ਰੱਖੀ ਆ ਜਾਂ ਪਤਾ ਉਸ ਤਰੀਕੇ ਨਾਲ ਜੇ ਕਰ ਰਹੇ ਹੋ ਤਾਂ ਉਹ ਤੁਹਾਨੂੰ ਪਤਾ ਹੋਏਗਾ, ਫਿਰ ਕਿਸਾਨਾਂ ਨੂੰ ਨਾ ਬੇਵਕੂਫ ਬਣਾਓ, ਫਿਰ ਕਿਸਾਨਾਂ ਨਾਲ ਤੁਸੀਂ ਆਪਦੇ ਅੱਗੇ ਰੱਖ ਕੇ ਮੋਢੇ 'ਤੇ ਤੁਸੀਂ ਆਪਦੇ ਤੀਰ ਨਾ ਚਲਾਓ। ਤੁਸੀਂ ਜੇ ਸੱਚੇ ਕਿਸਾਨਾਂ ਦੇ ਨਾਲ ਖੜੇ ਹੋ ਤੇ ਫਿਰ ਸਿੱਧੀ ਅਪੀਲ ਇਹੀ ਹੈ ਵੀ ਆਪਾਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਗੀ। ਸਰਕਾਰ ਦਾ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ। ਸਾਡਾ ਤਾਂ ਮੁੱਦਾ ਇੱਕ ਹੀ ਆ ਵੀ ਇਹ ਕਾਲੇ ਕਾਨੂੰਨ ਵਾਪਸ ਲੈ ਜਾਣ। ਮੋਦੀ ਜੀ ਬੜਾ ਕਹਿੰਦੇ ਨੇ ਮਨ ਕੀ ਬਾਤ 'ਚ, ਹੋਰ ਵੀ ਕਰਦੇ ਨੇ। ਵੈਸੇ ਹੁਣ ਉਹ ਕਹਿ ਰਹੇ ਨੇ ਵੀ ਕਿਸਾਨ ਮੁੱਦਾ ਤਾਂ ਸਿਰਫ ਇੱਕ ਫੋਨ ਕਾਲ ਦੀ ਦੂਰੀ 'ਤੇ ਆ ਜੀ, ਮੈਂ ਇੱਕ ਫੋਨ ਕਾਲ ਕਰਾਂ ਤੇ ਕਿਸਾਨ ਮੁੱਦਾ ਹੱਲ ਹੋ ਜਾਏਗਾ। ਤੇ ਮੈਂ ਮੋਦੀ ਜੀ ਨੂੰ ਕਹੂੰਗਾ ਵੀ ਤੁਸੀਂ ਫੋਨ ਕਾਲ ਵੀ ਕਿਉਂ ਕਰਨਾ ਗਾ? ਤੁਸੀਂ ਮਨ ਕੀ ਬਾਤਾਂ ਕਰਦੇ ਹੋ, ਤੁਸੀਂ ਮਨ ਕੀ ਬਾਤਾਂ ਦੇ ਵਿੱਚ ਆ ਕੇ ਤੁਸੀਂ ਮਨ ਕੀ ਬਾਤ 'ਚ ਆਪਣਾ ਅਨਾਉਂਸ ਕਰ ਦਿਓ ਵੀ ਮੈਂ ਕਿਸਾਨ ਅੰਦੋਲਨ ਦੇ ਜੋ ਸੀਗਾ ਉਹਦੇ ਜੋ ਇਹਨਾਂ ਨੇ ਵਿਰੋਧ 'ਚ ਬਿੱਲ ਲਿਆਂਦੇ ਸੀ ਅਸੀਂ ਉਹ ਬਿੱਲ ਵਾਪਸ ਲੈਂਦੇ ਹਾਂ ਤੇ ਵਾਪਸ ਲੈ ਕੇ ਅਸੀਂ ਨਵੇਂ ਸਿਰੇ ਤੋਂ ਬਿੱਲ ਲਿਆਵਾਂਗੇ, ਇਹ ਕਾਨੂੰਨ ਲਿਆਵਾਂਗੇ। ਉਹ ਕਾਨੂੰਨ ਦੇ ਲਈ ਅਸੀਂ ਜੋ ਵੀ ਕਮੇਟੀ ਕਿਸਾਨ ਸਾਨੂੰ ਦੇਣਗੇ ਅਸੀਂ ਉਹ ਕਮੇਟੀ ਗਠਿਤ ਕਰਕੇ ਉਹਨਾਂ ਦੇ ਜੋ ਵੀ ਏਜੰਡੇਜ਼ ਆਉਣਗੇ, ਜੋ ਵੀ ਪ੍ਰਸਤਾਵ ਆਉਣਗੇ, ਅਸੀਂ ਉਹਨਾਂ ਨੂੰ ਮੰਨਦੇ ਹੋਏ ਨਵੇਂ ਸਿਰੇ ਤੋਂ ਲਾਗੂ ਕਰਾਂਗੇ। ਜਸਵੀਰ ਜੀ, ਇਹਨਾਂ ਨੇ ਜਿਹੜਾ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਨੇ ਕਹੀ ਸੀ, ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਇੱਕ ਫੋਨ ਕਾਲ ਕਰਾਂਗਾ ਤਾਂ ਮੁੱਦੇ ਹੱਲ ਹੋ ਜਾਣਗੇ ਜਾਂ ਵਾਪਸ। ਉਹਨਾਂ ਨੇ ਕਿਹਾ ਸੀ ਮੈਂ ਇੱਕ ਫੋਨ ਕਾਲ ਦੀ ਦੂਰੀ 'ਤੇ ਹਾਂ, ਮੈਨੂੰ ਤੁਸੀਂ ਕਾਲ ਕਰੋ ਤੇ ਜੇ ਕਰੋਗੇ ਮੀਟਿੰਗ ਅਸੀਂ ਦੁਬਾਰਾ ਰੱਖ ਸਕਦੇ, ਗੱਲਬਾਤ ਹੋ ਸਕਦੀ ਹੈ। ਤੇ ਤੁਹਾਨੂੰ ਨਹੀਂ ਲੱਗਦਾ ਵੀ ਉਸੇ ਕੜੀ ਦੇ ਵਿੱਚ ਜਿਹੜੇ ਰਾਜੇਵਾਲ ਨੇ ਉਹਨਾਂ ਨੇ ਆਪਣੀ ਗੱਲ ਤੋਰਨ ਵਾਸਤੇ ਇੱਕ ਚਿੱਠੀ ਲਿਖੀ ਹੈ? ਜੇ ਕਿਤੇ ਚਿੱਠੀ ਉਧਰੋਂ ਜਾਂ ਇੱਧਰੋਂ ਨਹੀਂ ਹੁੰਦੀ, ਗੱਲਬਾਤ ਨਹੀਂ ਹੁੰਦੀ, ਤੇ ਫਿਰ ਹੱਲ ਕਿਸ ਤਰ੍ਹਾਂ ਹੈ? ਕਿਉਂਕਿ ਗੱਲ ਤਾਂ ਵਿੱਚ ਟੁੱਟੀ ਪਈ ਹੈ ਇਸ ਟਾਈਮ 'ਤੇ। ਇਹ ਤਾਂ ਜੀ ਉਹਨਾਂ ਨੇ ਗੱਲ ਖੁਦ ਕਹੀ ਸੀ ਵੀ ਮੈਂ ਫੋਨ ਕਾਲ ਦੀ ਦੂਰੀ 'ਤੇ ਹੱਲ ਹੋ ਜਾਊਗਾ, ਇੱਕ ਫੋਨ ਕਾਲ ਕਰਾਂ ਤੇ ਹੱਲ ਹੋ ਜਾਊਗਾ ਮੁੱਦਾ, ਇਹ ਗੱਲ ਕਹੀ ਸੀ ਉਹਨਾਂ ਨੇ। ਇਹ ਤਾਂ ਸਾਡੇ ਨਾਲ ਉਹ ਪਹਿਲਾਂ ਵੀ ਕਰਦੇ ਆਏ ਨੇ, 10 ਸਾਲ ਸਾਨੂੰ ਆਇਆ ਰਾਮ ਗਿਆ ਰਾਮ ਇਹਨਾਂ ਨੇ ਕੀਤਾ ਹੈਗਾ ਤੇ ਹੁਣ ਵੀ ਉਹਨਾਂ ਦੀ ਇਹੀ ਕਾਲ ਆ। ਹੁਣ ਮੈਂ ਜਥੇਬੰਦੀਆਂ ਨੂੰ ਇਹ ਕਹੂੰਗਾ ਵੀ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ। ਈਵਨ ਕਿ ਆਪਾਂ ਦਿੱਲੀ ਦੇ ਵਿੱਚ ਮੀਟਿੰਗ ਕਰਨ ਨੂੰ ਤਿਆਰ ਹਾਂ ਤੇ ਆਪਾਂ ਉਹੀ ਚੀਜ਼ ਮੀਟਿੰਗ ਕਰਨ ਦੀ ਬਜਾਏ ਆਪਾਂ ਅੰਦੋਲਨ ਹੀ ਦਿੱਲੀ ਲੈ ਕੇ ਜਾਈਏ। ਆਪਾਂ ਆਪਦਾ ਅੰਦੋਲਨ ਦਿੱਲੀ ਦੇ ਵਿੱਚ ਬੈਠੀਏ, ਦਿੱਲੀ ਦੇ ਵਿੱਚ ਸ਼ੁਰੂ ਕਰੀਏ। ਜਦੋਂ ਆਪਾਂ ਦਿੱਲੀ 'ਚ ਆਪਾਂ ਅੰਦੋਲਨ ਸ਼ੁਰੂ ਕਰਾਂਗੇ ਤੇ ਇਹਨਾਂ ਨੂੰ ਸੇਕ ਲੱਗੇਗਾ। ਠੀਕ ਆ, ਅਸੀਂ ਸਿੰਘੂ ਬਾਰਡਰ 'ਤੇ ਬੈਠੇ ਹਾਂ, ਅਸੀਂ ਟਿਕਰੀ ਬਾਰਡਰ 'ਤੇ ਬੈਠੇ ਹਾਂ, ਅਸੀਂ ਗਾਜੀਪੁਰ ਬਾਰਡਰ 'ਤੇ ਬੈਠੇ ਹਾਂ। ਅਸੀਂ ਆਪਦਾ 200-200 ਬੰਦਾ 400-400 ਬੰਦਾ ਉੱਥੋਂ ਲਿਜਾ ਕੇ ਆਪਾਂ ਦਿੱਲੀ ਦੇ ਵਿੱਚ ਕਿਤੇ ਵੀ ਚਾਹੇ ਉਹ ਰਾਮਲੀਲਾ ਮੈਦਾਨ ਹੋਵੇ, ਚਾਹੇ ਉਹ ਜੰਤਰ ਮੰਤਰ ਹੋਵੇ, ਉੱਥੇ ਅੰਦੋਲਨ ਸ਼ੁਰੂ ਕੀਤਾ ਜਾਵੇ। ਮੈਂ ਵੀ ਹੁਣ ਤੁਹਾਡੇ ਚੈਨਲ 'ਤੇ ਐਲਾਨ ਕਰ ਦਾਂਗਾ ਵੀ ਜੇ ਸਰਕਾਰ ਨੇ ਇਹ ਜਲਦੀ ਤੋਂ ਜਲਦੀ ਕਾਨੂੰਨ ਵਾਪਸ ਨਾ ਲਏ ਤੇ ਫਿਰ ਚਾਹੇ ਜਥੇਬੰਦੀਆਂ ਜਾਣ ਚਾਹੇ ਨਾ ਜਾਣ, ਪਰ ਅਸੀਂ ਦਿੱਲੀ ਦੇ ਵਿੱਚ ਜਾ ਕੇ ਮੈਂ ਦੁਬਾਰਾ ਤੋਂ ਮਰਨ ਵਰਤ ਸ਼ੁਰੂ ਕਰੂੰਗਾ। ਤੇ ਮੈਂ ਹੁਣ ਇਕੱਲਾ ਨਹੀਂ ਬੈਠਾਂਗਾ, ਮੇਰੇ ਨਾਲ ਹੁਣ ਹਜ਼ਾਰਾਂ ਦੇ ਵਿੱਚ ਲੋਕ ਬੈਠਣਗੇ ਤੇ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਗਾ ਤਾਂ ਉਹਨਾਂ ਦੀ ਜੇ ਜਾਨ ਜਾਂਦੀ ਆ ਤਾਂ ਉਹਦੇ ਕਾਤਲ ਕੇਵਲ ਤੇ ਕੇਵਲ ਸੈਂਟਰ ਦੀ ਸਰਕਾਰ ਹੋਏਗੀ, ਕਿਉਂਕਿ ਅਸੀਂ ਤਾਂ ਦੇਸ਼ ਲਈ ਬਲੀਦਾਨ ਦੇ ਜਾਵਾਂਗੇ, ਪਰ ਸਾਡੇ ਜਾਣ ਤੋਂ ਬਾਅਦ ਉਹਦਾ ਕਾਤਲ ਦੇਸ਼ ਦੀ ਸਰਕਾਰ ਨੂੰ ਅਸੀਂ ਮੰਨਾਂਗੇ, ਠਹਿਰਾ ਕੇ ਜਾਵਾਂਗੇ ਤੇ ਜੋ ਵੀ ਕਾਰਵਾਈ ਕਰਨੀ ਹੋਗੀ ਦੇਸ਼ ਦੀ ਸਰਕਾਰ 'ਤੇ ਕੀਤੀ ਜਾਵੇ। ਤੇ ਦੂਸਰਾ ਇਹ ਕਹਿ ਰਹੇ ਨੇ ਜੀ ਕਰੋਨਾ ਦੀਆਂ ਗੱਲਾਂ ਜਿਹੜੀਆਂ ਗੱਲਾਂ
ਸਾਡੇ ਤੇ ਤਾਂ ਹੁਣ ਬੜੇ ਐਲੀਗੇਸ਼ਨ ਲਾ ਰਹੇ ਨੇ। ਇੱਕ ਪਾਸੇ ਕਹਿੰਦੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਦੂਜੇ ਪਾਸੇ ਕਹਿ ਰਹੇ ਇਹਨਾਂ ਦੇ ਮੰਤਰੀ, ਇਹਨਾਂ ਦੇ ਮੁੱਖ ਮੰਤਰੀ ਵੀ ਇਹ ਕਰੋਨਾ ਕਾਲ ਤਾਂ ਫੈਲਿਆ ਹੀ ਕਿਸਾਨਾਂ ਦੀ ਵਜ੍ਹਾ ਕਰਕੇ ਆ। ਉਦੋਂ ਕਰੋਨਾ ਕਿਉਂ ਨਹੀਂ ਫੈਲਿਆ ਜੀ, ਜਦੋਂ ਅਸੀਂ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਉੱਥੇ ਬੈਠੇ ਰਹੇ ਹਾਂ ਅਤੇ ਮਾਰਚ ਦੇ ਐਂਡ ਦੇ ਵਿੱਚ ਕਰੋਨਾ ਫੈਲਣਾ ਸ਼ੁਰੂ ਹੋ ਰਿਹਾ। ਇਹ 4 ਮਹੀਨੇ ਕਰੋਨਾ ਕਿੱਥੇ ਸੀ? ਇਹ ਸਿਰਫ ਤੁਸੀਂ ਗੰਦੀ ਆਪਦੀ ਰਾਜਨੀਤੀ ਖੇਡ ਰਹੇ ਹੋ। ਇਹ ਰਾਜਨੀਤੀ ਨੂੰ ਛੱਡ ਦਿਓ, ਤੁਸੀਂ ਕਿਸਾਨਾਂ ਦੇ ਹੱਲਾਂ ਵਾਲੇ ਪਾਸੇ ਆਓ। ਜਦ ਤੱਕ ਤੁਸੀਂ ਹੱਲ ਨਹੀਂ ਕਰੋਗੇ ਅਸੀਂ ਵਾਪਸ ਆਉਣ ਵਾਲੇ ਨਹੀਂਗੇ, ਨਾ ਅਸੀਂ ਵਾਪਸ ਜਾਈਏ ਅਤੇ ਨਾ ਹੀ ਅਸੀਂ ਜਾਵਾਂਗੇ। ਜਾਂ ਤਾਂ ਅਸੀਂ ਇਹ ਬਿੱਲ ਵਾਪਸ ਕਰਾ ਕੇ ਜਾਵਾਂਗੇ ਅਤੇ ਜਾਂ ਅਸੀਂ ਇੱਥੋਂ ਸ਼ਹੀਦ ਹੋ ਕੇ ਜਾਵਾਂਗੇ। ਸਾਡੀਆਂ ਤਾਂ ਗੱਲਾਂ ਦੋ ਹੀ ਆ ਵੀ ਇਹ ਕਾਲੇ ਕਾਨੂੰਨ ਵਾਪਸ ਲਓ, ਜੇ ਤੁਸੀਂ ਲਾਗੂ ਕਰਨੇ ਆ ਤਾਂ ਨਵੇਂ ਸਿਰੇ ਤੋਂ ਇਹਨਾਂ ਨੂੰ ਬਣਾਓ ਕਮੇਟੀ, ਉਹਦਾ ਜੋ ਏਜੰਡੇ ਆ ਉਹਨੂੰ ਲਾਗੂ ਕਰੋ। ਪਰ ਇਹ ਕਾਰਪੋਰੇਟ ਘਰਾਣਿਆਂ ਦੀਆਂ ਜੋ ਜੇਬਾਂ ਭਰਨ ਤੇ ਤੁਸੀਂ ਚੱਲੇ ਹੋਏ ਆ, ਉਹ ਚੀਜ਼ ਨਹੀਂ ਅਸੀਂ ਹੋਣ ਦੇ। ਜਸਵੀਰ ਜੀ, ਜਿੱਥੇ ਇਸ ਟਾਈਮ ਤੇ ਗੱਲ ਅੜੀ ਹੋਈ ਹੈ, ਉਹ ਜਿਹੜੀ ਗੱਲਬਾਤ ਹੈ ਰੁਕੀ ਹੋਈ ਹੈ। ਸਰਕਾਰ ਦਾ ਰਵੱਈਆ ਦੇਖ ਲਿਆ, ਉਹ ਅੜੀਅਲ ਹੀ ਰਿਹਾ ਹੈ, ਅੜੀਅਲ ਹੀ ਹੈ ਹਜੇ ਤੱਕ। ਪਰ ਫਿਰ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਗੱਲ ਕਹਿ ਕੇ ਛੱਡਤੀ ਸੀਗੀ ਕਿ ਫੋਨ ਕਾਲ ਦੀ ਦੂਰੀ 'ਤੇ ਆ। ਦੂਸਰੇ ਪਾਸੇ ਉਹਨਾਂ ਦੇ ਜਿਹੜੀਆਂ 10-12 ਗੇੜ ਦੀਆਂ ਹੋਈਆਂ ਨੇ ਮੀਟਿੰਗਾਂ, ਉਹਦੇ ਵਿੱਚ ਵੀ ਕੁਛ ਨਾ ਕੁਛ ਕਿਤੇ ਗੱਲ ਅੱਗੇ ਜਾਂਦੀ ਸੀ, ਕਦੀ ਪਿੱਛੇ ਜਾਂਦੀ ਸੀਗੀ। ਉਸ ਦੇ ਵਿੱਚ ਵੀ ਆਪਣੇ ਉਹਦੀਆਂ ਇਹ ਕੰਪਲਿਕੇਸ਼ਨ ਸੀਗੀਆਂ। ਪਰ ਸਾਰੀ ਗੱਲ ਦੇ ਵਿੱਚੋਂ ਵਿੱਚ ਜੇ ਅਸੀਂ ਜਾ ਕੇ ਦੇਖੀਏ ਤਾਂ ਜੇ ਗੱਲਬਾਤ ਹੱਲ ਨਹੀਂ ਤਾਂ ਫਿਰ ਕਿਸ ਤਰੀਕੇ ਨਾਲ, ਕਿਉਂਕਿ ਸੰਘਰਸ਼, ਸ਼ਹੀਦੀਆਂ, ਇਹ ਤਾਂ ਹਮੇਸ਼ਾ ਆਪਾਂ ਜੇ ਆਪਾਂ ਹਿਸਟਰੀ ਦੇ ਇਤਿਹਾਸ ਦੇ ਪੰਨੇ ਵੀ ਫਰੋਲ ਕੇ ਦੇਖ ਲਈਏ, ਉਸ ਦੇ ਵਿੱਚ ਹਮੇਸ਼ਾ ਸ਼ਹੀਦੀਆਂ ਹੀ ਪਾਈਆਂ ਨੇ। ਪਰ ਚੀਜ਼ਾਂ ਜਾਂ ਮੁੱਦੇ ਅੱਜ ਤੱਕ ਹੱਲ ਤਾਂ ਨਹੀਂ ਹੋਏ। ਕੋਈ ਐਸਾ ਤਰੀਕਾ ਹੋ ਸਕਦਾ ਹੈ ਤੁਹਾਡੇ ਮੁਤਾਬਿਕ ਜਿਹਦੇ 'ਚ ਇਸ ਦਾ ਹੱਲ ਕੱਢਿਆ ਜਾ ਸਕੇ? ਕਿਉਂਕਿ ਕਿਸਾਨ ਉੱਥੇ ਆਪਣੇ ਦੇਖੋ ਕਿਸ ਤਰੀਕੇ ਨਾਲ ਠੰਡ ਤੋਂ ਫਿਰ ਗਰਮੀ, ਬਰਸਾਤ, ਝੱਖੜ ਸਭ ਝੱਲ ਕੇ ਉੱਥੇ ਬੈਠੇ ਹੋਏ ਨੇ ਘਰ-ਬਾਰ ਛੱਡ ਕੇ। ਪਹਿਲੀ ਗੱਲ ਤਾਂ ਜੀ ਸਾਨੂੰ ਠੰਡ ਜਾਂ ਗਰਮੀ ਦਾ ਕੋਈ ਵੀ ਇੰਨਾ ਸਾਨੂੰ ਹੈ ਨਹੀਂ। ਅਸੀਂ ਠੰਡ ਵੀ ਝੇਲੀ ਆ ਅਤੇ ਗਰਮੀ ਵੀ ਝੇਲ ਲਾਂਗੇ। ਸਾਨੂੰ ਇਹ ਚੀਜ਼ਾਂ ਦਾ ਕੋਈ ਡਰ ਨਹੀਂ ਗਾ, ਜਿਹੜੀਆਂ ਗੱਲਾਂ ਤੋਂ ਸਾਨੂੰ ਸਰਕਾਰ ਡਰਾਉਂਦੀ ਆ। ਰਹੀ ਗੱਲ ਦੂਜੀ, ਸੰਘਰਸ਼ ਤਾਂ ਹਮੇਸ਼ਾ ਬਲੀਦਾਨ ਦੇ ਕੇ ਹੀ ਜਿੱਤੇ ਜਾਂਦੇ ਆ ਜੀ। ਜੇ ਸਾਨੂੰ ਬਲੀਦਾਨ ਦੇਣੇ ਵੀ ਪੈਣਗੇ ਅਸੀਂ ਜਿੱਤਾਂਗੇ, ਕਿਉਂਕਿ ਸਰਕਾਰ ਅੱਜ ਸਰਕਾਰ ਦੇ ਤੌਰ 'ਤੇ ਕੰਮ ਨਹੀਂ ਕਰ ਰਹੀ। ਇਹ ਉਹ ਸਮਝ ਕੇ ਕੰਮ ਨਹੀਂ ਕਰ ਰਹੀ ਵੀ ਸਾਨੂੰ ਇਸੇ ਜਨਤਾ ਨੇ ਚੁਣ ਕੇ ਸਾਡੀ ਸਰਕਾਰ ਬਣਾਈ ਆ। ਅੱਜ ਤਾਂ ਇਹ ਤਾਨਾਸ਼ਾਹੀ ਦੇ ਤਰ੍ਹਾਂ, ਹਿਟਲਰ ਦੀ ਤਰ੍ਹਾਂ, ਗਦਾਫੀ ਦੀ ਤਰ੍ਹਾਂ ਕੰਮ ਕਰੀ ਜਾ ਰਹੀ ਆ। ਉਹ ਅਸੀਂ ਮਨਜ਼ੂਰ ਨਹੀਂ ਕਰਾਂਗੇ, ਇਹਨਾਂ ਦਾ ਹਿਟਲਰ ਬਣਨਾ, ਗਦਾਫੀ ਬਣਨਾ। ਉਸ ਲਈ ਸਰਕਾਰ ਨੂੰ ਅਸੀਂ ਇਹ ਨਹੀਂ ਕਹਿੰਦੇ ਸਰਕਾਰ ਝੁਕੇ, ਅਸੀਂ ਸਰਕਾਰ ਨੂੰ ਝੁਕਾਉਣਾ ਨਹੀਂ ਚਾਹੁੰਦੇ। ਅਸੀਂ ਸਰਕਾਰ ਤੋਂ ਇਹ ਚਾਹੁੰਦੇ ਹਾਂ ਵੀ ਜੋ ਤੁਸੀਂ ਗਲਤੀ ਕਰ ਰਹੇ ਹੋ ਇਹ ਗਲਤੀ ਨਾ ਕਰੋ। ਇਹ ਗਲਤੀ ਨੂੰ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਗਲਤੀ ਮੰਨੋ, ਅਸੀਂ ਗਲਤੀ ਵੀ ਨਹੀਂ ਕਹਿ ਰਹੇ ਵੀ ਤੁਸੀਂ ਮੰਨੋ। ਅਸੀਂ ਤਾਂ ਸਿਰਫ ਇੰਨਾ ਕਹਿ ਰਹੇ ਹਾਂ ਵੀ ਤੁਹਾਡੇ ਤੋਂ ਜੋ ਗਲਤੀ ਹੋਣ ਜਾ ਰਹੀ ਆ ਇਹ ਗਲਤੀ ਨਾ ਕਰੋ। ਜੇ ਤੁਸੀਂ ਗਲਤੀ ਕਰ ਲਈ ਤਾਂ ਪੂਰਾ ਹਿੰਦੁਸਤਾਨ ਇੱਕ ਕ੍ਰਿਸ਼ੀ ਪ੍ਰਦੇਸ਼ ਕਹਾਉਂਦਾ ਗਾ। ਹਿੰਦੁਸਤਾਨ ਖੇਤੀਬਾੜੀ 'ਤੇ ਹੀ ਖੜ੍ਹਾ ਹੈਗਾ, ਅਤੇ ਜੇ ਖੇਤੀਬਾੜੀ ਖਤਮ ਹੋ ਗਈ ਨਾ ਹਿੰਦੁਸਤਾਨ ਦੀ, ਤਾਂ ਹਿੰਦੁਸਤਾਨ ਉੱਜੜ ਜਾਏਗਾ, ਹਿੰਦੁਸਤਾਨ ਦੀ ਨੌਜਵਾਨੀ ਉੱਜੜ ਜਾਏਗੀ। ਤਾਂ ਉਹਦੇ ਕਾਤਲ ਤੁਸੀਂ ਕਹਾਉਂਗੇ। ਫਿਰ ਐਡੇ ਵੱਡੇ ਆਪਦੇ ਉੱਤੇ ਇੱਕ ਗੁਨਾਹ ਲੈ ਕੇ ਜਿੰਦਾ ਕਿਵੇਂ ਰਹੋਗੇ? ਜਦੋਂ ਕਿਸਾਨ ਹੀ ਨਹੀਂ ਰਹੇਗਾ ਅਤੇ ਪੈਦਾਵਾਰ ਕਰਨ ਵਾਲਾ ਨਹੀਂ ਹੋਇਆ ਤਾਂ ਫਿਰ ਹਿੰਦੁਸਤਾਨ ਦੀ ਜਨਤਾ ਨੂੰ ਖਵਾਉਣ ਵਾਲਾ ਕੌਣ ਹੋਏਗਾ? ਅਸੀਂ ਤਾਂ ਉਸ ਚੀਜ਼ ਤੋਂ ਤੁਹਾਨੂੰ ਅਗਾਹ ਕਰ ਰਹੇ ਹਾਂ ਵੀ ਤੁਸੀਂ ਬਚ ਜਾਓ, ਹਜੇ ਵੀ ਆਪਦੇ ਉੱਤੇ ਐਡੇ ਵੱਡੇ ਪਾਪ ਨਾ ਲਾਓ। ਅਤੇ ਜੇ ਸਰਕਾਰ ਸਾਡੀ ਇਹ ਬੇਨਤੀ ਨੂੰ ਨਹੀਂ ਮੰਨੇਗੀ ਫਿਰ ਤਾਂ ਸਾਡੇ ਪਹਿਲਾਂ ਵੀ ਬਲੀਦਾਨ ਅਸੀਂ ਇੱਥੋਂ ਮੁਗਲ ਭਜਾਏ ਆ ਜੀ, ਅੰਗਰੇਜ਼ ਭਜਾਏ ਆ, ਅਤੇ ਜੇ ਸਾਨੂੰ ਲੋੜ ਪਏਗੀ ਤਾਂ ਅਸੀਂ ਇਹ ਕਾਲੇ ਅੰਗਰੇਜ਼ਾਂ ਦੀ ਸਰਕਾਰ ਵੀ ਭਜਾ ਦਾਂਗੇ। ਫਿਰ ਨਹੀਂ ਸਾਨੂੰ ਕੋਈ ਡਰ। ਪਰ ਅਸੀਂ ਹਜੇ ਬੇਨਤੀ ਕਰ ਰਹੇ ਹਾਂ, ਸਾਡੀ ਬੇਨਤੀ ਆ। ਹੁਣ ਇਸੇ ਤਰੀਕੇ ਨਾਲ ਇਹ ਆਪਦੇ ਕੁਛ ਟੱਟਪੁੰਜੀਏ ਵੀ ਸਾਡੇ ਇੱਧਰ ਵਾੜ ਰਹੇ ਆ, ਪਹਿਲਾਂ ਵੀ ਵਾੜੇ ਇਹਨਾਂ ਨੇ। ਪਹਿਲਾਂ 26 ਜਨਵਰੀ ਵਾਲਾ ਇੰਸੀਡੈਂਟ ਲਾ ਲਓ। 26 ਜਨਵਰੀ ਵਾਲੇ ਇੰਸੀਡੈਂਟ ਨੂੰ ਜੇ ਆਪਾਂ ਦੇਖਿਆ ਜਾਏ ਤਾਂ ਪਹਿਲੇ ਹੁਣ ਕਰੋਨਾ ਕਰਕੇ ਵੀ ਕਿਸਾਨਾਂ 'ਤੇ ਗਾਜ਼ ਗਿਰ ਰਹੀ ਹੈ ਵੀ ਉਹਨਾਂ ਦੇ ਕਾਰਨ ਸੁਪਰ ਸਪਰੈਡਰ ਹੋ ਸਕਦੇ ਹੈ, ਫੈਲ ਰਿਹਾ ਕਰੋਨਾ ਜਾਂ ਫੈਲ ਜਾਏਗਾ। ਇਸ ਚੀਜ਼ ਨੂੰ ਲੈ ਕੇ ਪਿੱਛੇ ਖਬਰਾਂ ਵੀ ਆਈਆਂ ਸੀਗੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈਗੀ ਹੈ ਉਹ ਉੱਥੋਂ ਜਿਹੜਾ ਮੋਰਚਾ ਹੈ ਉਹਨੂੰ ਚੁਕਾਉਣਾ ਚਾਹੁੰਦੀ ਹੈਗੀ ਹੈ ਕਰੋਨਾ ਦੀ ਆੜ ਦੇ ਵਿੱਚ। ਔਰ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਕਰੋਨਾ ਦੀ ਆੜ ਦੇ ਵਿੱਚ ਸਾਨੂੰ ਇਸ ਤਰੀਕੇ ਦੇ ਜਿਹੜੇ ਬਹੁਤ ਕੁਝ ਝੱਲਣਾ ਪੈ ਰਿਹਾ ਸਰਕਾਰੀ ਤੰਤਰ ਵੱਲੋਂ। ਦੂਜੇ ਪਾਸੇ ਜਿਹੜੀ ਗੱਲ ਹੈਗੀ ਹੈ 26 ਜਨਵਰੀ ਵਾਲੀ ਜੇ ਦੇਖਿਆ ਜਾਏ, ਉਹਦੇ ਵਿੱਚ ਵੀ ਬੜੇ ਤਰ੍ਹਾਂ ਦੀਆਂ ਕਿਆਸ ਰਹੀਆਂ ਅਤੇ ਬਹੁਤ ਸਾਰੇ ਉਹਦੇ ਵਿੱਚ ਵੀ ਸ਼ੰਕੇ ਆਪਣੇ ਨੇ। ਕੀ ਕਹੋਗੇ? ਇਹ ਤਾਂ ਜੀ ਸਰਕਾਰ ਆਪਦੀਆਂ ਨਾਕਾਮੀਆਂ ਛੁਪਾਉਣ ਦੇ ਲਈ ਸਾਡੇ ਕਿਸਾਨਾਂ ਦੇ ਉੱਤੇ ਸਿੱਟ ਰਹੀ ਆ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਕਰੋਨਾ ਕਿਉਂ ਨਹੀਂ ਉੱਥੇ ਆਇਆ। ਅੱਜ ਹੀ ਕਰੋਨਾ ਕਾਹਦੇ ਲਈ ਕਿਸਾਨਾਂ ਦੇ ਉੱਤੇ ਨਾਂ ਲੈ ਕੇ ਇਲਜ਼ਾਮ ਲਾ ਰਹੇ ਨੇ। ਪਹਿਲਾਂ ਕਦੇ ਤਾਂ ਇਹ ਕੁੰਭ ਦਾ ਬਹਾਨਾ ਬਣਾਉਂਦੇ ਆ ਵੀ ਕੁੰਭ ਕਰਕੇ ਕਰੋਨਾ ਫੈਲ ਗਿਆ ਜੀ। ਹੁਣ ਇਹ ਕਿਸਾਨਾਂ ਦਾ ਨਾਮ ਲੈ ਰਿਹਾ ਆਪਦੀਆਂ ਅੰਗੈਲੀ ਨੂੰ ਛੁਪਾਉਣ ਦੇ ਲਈ ਵੀ ਇਹ ਦੇਸ਼ ਦੀ ਜਨਤਾ ਦੇ ਉੱਤੇ ਪਾ ਰਹੇ ਆ। ਸਰਕਾਰ ਕਾਹਦੇ ਲਈ ਹੁੰਦੀ ਆ? ਦੇਸ਼ ਦੀ ਜਨਤਾ ਦੀ ਸੁਰੱਖਿਆ ਕਰਨ ਲਈ,
ਦੇਸ਼ ਦੀ ਜਨਤਾ ਦਾ ਵਿਕਾਸ ਕਰਨ ਲਈ। ਤੇ ਜੇ ਤੁਸੀਂ ਉਹੀ ਆਪਦੀ ਨਾਕਾਮੀ ਤੁਸੀਂ ਨਹੀਂ ਪੂਰੀ ਕਰ ਸਕੇ, ਤੁਸੀਂ ਨਾਕਾਮ ਹੋ ਗਏ, ਤਾਂ ਉਸ ਚੀਜ਼ ਨੂੰ ਤੁਸੀਂ ਛੁਪਾਉਣ ਦੇ ਲਈ ਕਿਸਾਨਾਂ ਦੇ ਉੱਤੇ ਪਾਉਣ ਲੱਗ ਜਾਓ, ਤਾਂ ਇਦੋਂ ਘਟੀਆ ਰਾਜਨੀਤੀ ਹੋਰ ਕੋਈ ਨਹੀਂ ਹੋਏਗੀ। ਇਹਦੇ ਲਈ ਮੈਂ ਹਿੰਦੁਸਤਾਨ ਦੀ ਜਨਤਾ ਨੂੰ ਅਪੀਲ ਕਰੂੰਗਾ ਵੀ ਆਪਾਂ ਅੱਗੇ ਆਓ, ਖੜ੍ਹੇ ਹੋ। ਆਪਾਂ ਗੱਲ ਕਰਦੇ ਆ ਜੀ, ਅੱਗੇ ਦੀਆਂ ਸਰਕਾਰਾਂ ਹੁੰਦੀਆਂ ਸੀਗੀਆਂ, ਅੱਗੇ ਦੀਆਂ ਸਰਕਾਰਾਂ ਦੇ ਵਿੱਚ ਇੰਨੀ ਕੁ ਇਨਸਾਨੀਅਤ ਹੁੰਦੀ ਸੀ, ਚਾਹੇ ਉਹ ਕਿਸੇ ਵੀ ਪਾਰਟੀ ਦੀ ਸੀ, ਵੀ ਜੇ ਕੋਈ ਇੰਸੀਡੈਂਟ ਹੋ ਜਾਂਦਾ ਸੀ ਨਾ, ਜੇ ਰੇਲਵੇ ਦਾ ਕੋਈ ਹਾਦਸਾ ਹੋ ਗਿਆ ਤੇ ਰੇਲ ਮਿਨਿਸਟਰ ਆਪਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੰਦਾ ਸੀ। ਇਸੇ ਤਰ੍ਹਾਂ ਹੁਣ ਤੁਸੀਂ ਆ ਲਾਈਨ 9 ਆਪਣੇ ਹੋਈ ਸੀ, ਮੁੰਬਈ ਅਟੈਕ ਹੋਏ ਸੀਗੇ। ਮੁੰਬਈ ਅਟੈਕ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, UPA ਦੀ ਸਰਕਾਰ ਸੀ, ਉਹਨਾਂ ਦੇ ਹੋਮ ਮਿਨਿਸਟਰ ਸੀ ਸ਼ਿਵਰਾਜ ਪਾਟਲ ਜੀ। ਉਹ ਸ਼ਿਵਰਾਜ ਪਾਟਲ ਜੀ ਨੇ ਉਸ ਟਾਈਮ ਆਪਣੀ ਨੈਤਿਕਤਾ ਦੇ ਆਧਾਰ ਤੇ ਆਪਦਾ ਹੋਮ ਮਿਨਿਸਟਰੀ ਤੋਂ ਅਸਤੀਫਾ ਦੇਤਾ ਸੀ। ਤੇ ਕੀ ਗੱਲ ਮੋਦੀ ਜੀ ਨੂੰ ਇੰਨੀ ਸ਼ਰਮ ਨਹੀਂ ਹੈਗੀ? ਸਿਰਫ ਇੱਕ ਕੁਰਸੀ ਦੇ ਭੁੱਖੇ ਹੋਣ ਦੇ ਨਾਤੇ ਇੰਨੇ ਹਜ਼ਾਰ ਸਾਡੇ ਲੋਕ ਇਹਨਾਂ ਨੇ ਸ਼ਹੀਦ ਕਰਾਤੇ। ਸਭ ਤੋਂ ਵੱਧ ਸਰਜੀਕਲ ਸਟ੍ਰਾਈਕਸ ਇਹਨਾਂ ਦੇ ਦੌਰ ਦੇ ਵਿੱਚ ਹੋਈਆਂ ਬਾਰਡਰਾਂ ਦੇ ਉੱਤੇ, ਉਹ ਸਾਡੇ ਨੌਜਵਾਨ ਸ਼ਹੀਦ ਕਰਾਤੇ। ਹੁਣ ਸਾਡੇ ਕਰੋਨਾ ਕਾਲ ਦੇ ਵਿੱਚ ਸਾਡੇ ਇੱਥੇ ਜਨਤਾ ਸ਼ਹੀਦ ਕਰਾਤੀ, 500 ਸਾਡਾ ਇੱਥੇ ਇਹਨਾਂ ਨੇ ਨੀਅਰ ਅਬਾਊਟ ਕਿਸਾਨ ਸ਼ਹੀਦ ਕਰਾਤਾ। ਕਿ ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਨੈਤਿਕਤਾ ਦੇ ਆਧਾਰ ਤੇ ਆਪਦੀ ਕੁਰਸੀ ਪ੍ਰਧਾਨ ਮੰਤਰੀ ਦੀ ਛੱਡ ਕੇ ਕਿਸੇ ਹੋਰ ਨੂੰ ਦੇ ਦੇਣ? ਇੰਨੇ ਇਕੱਲੇ ਇਹੀ ਤਾਂ ਨਹੀਂ BJP 'ਚ ਬਚੇ ਵੀ ਹਾਂ ਇਹਨਾਂ ਤੋਂ ਵੱਧ ਦਾ ਕੋਈ ਗਿਆਨ ਨਹੀਂ ਗਾ। BJP 'ਚ ਇਹਨਾਂ ਤੋਂ ਵੀ ਸਿਆਣਾ ਲੋਕ ਬੈਠੇ ਨੇ, ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ। ਜੇ ਅਸਤੀਫਾ ਨਹੀਂ ਦਿੰਦੇ ਤਾਂ ਮੈਂ ਹਿੰਦੁਸਤਾਨ ਦੀ ਜਨਤਾ ਨੂੰ ਅਪੀਲ ਕਰਦਾ ਵੀ ਆਪਾਂ ਇੱਕ ਰੀਕਾਲ ਕਰੀਏ ਫॉर ਆਪਾਂ ਹਾਈ ਸੁਪਰੀਮ ਕੋਰਟ 'ਚ ਪਾਈਏ ਫॉर ਪ੍ਰਾਈਮ ਮਿਨਿਸਟਰ ਪੋਸਟ ਦੇ ਲਈ, ਰੀਕਾਲ ਇਲੈਕਸ਼ਨ ਫॉर ਪ੍ਰਾਈਮ ਮਿਨਿਸਟਰ ਪੋਸਟ ਦੇ ਲਈ ਆਪਾਂ ਉਹ ਰਿਟ ਸੁਪਰੀਮ ਕੋਰਟ 'ਚ ਪਾ ਕੇ ਇੱਥੋਂ ਕੁਰਸੀ ਤੋਂ ਪ੍ਰਾਈਮ ਮਿਨਿਸਟਰ ਨੂੰ ਉਤਰਵਾਈਏ। ਫਿਰ ਜਦੋਂ ਇਹ ਪ੍ਰਧਾਨ ਮੰਤਰੀ ਉਤਰ ਗਿਆ ਤਾਂ ਸਾਡੇ ਬਿੱਲ ਵੀ ਵਾਪਸ ਜਾਣਗੇ ਜੀ। ਤੇ ਜੋ ਇਹ ਕਰੋਨਾ ਕਹਿ ਰਿਹਾ ਸੰਭਲ ਨਹੀਂ ਰਿਹਾ, ਸਭ ਕੁਝ ਸਹੀ ਹੋ ਜਾਏਗਾ। ਸਿਰਫ ਇਹ ਆਪਦੀਆਂ ਮਨਮਰਜ਼ੀਆਂ ਕਰਕੇ, ਆਪਦੀ ਤਾਨਾਸ਼ਾਹੀ ਕਰਕੇ ਇਹ ਨਾ ਤਾਂ ਆਪ ਸੁਧਰ ਰਿਹਾ ਤੇ ਨਾ ਹੀ ਹਿੰਦੁਸਤਾਨ ਦੀ ਜਨਤਾ ਨੂੰ ਚੈਨ ਨਾਲ ਬੈਠਣ ਦੇ ਰਿਹਾ। ਦਿੱਲੀ ਦੇ ਮੋਰਚੇ ਦੇ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾਇਆ, ਉੱਥੇ ਰਹੇ ਹੋ, ਤੁਸੀਂ ਦੇਖਿਆ 26 ਜਨਵਰੀ ਵਾਲਾ ਹਾਦਸਾ ਜਿਹੜਾ ਬੜਾ ਵਿਵਾਦਾਂ ਦੇ ਵਿੱਚ ਆਇਆ ਸੀ ਕਈ ਤਰੀਕਿਆਂ ਦੇ ਨਾਲ। ਕਈ ਵਾਰੀ ਉੱਥੇ ਪੁਲਿਸ ਨੂੰ ਜਿਹੜਾ ਉਹ ਇਲਜ਼ਾਮ ਉਹਨਾਂ 'ਤੇ ਲਾਏ ਜਾ ਰਹੇ ਸੀ ਕਿ ਪੁਲਿਸ ਉਹਦੇ ਵਿੱਚ ਉਹਨਾਂ ਨੇ ਇੰਨਾ ਵਿਗਾੜ ਪਾਇਆ। ਕਿਤੇ ਕਿਹਾ ਜਾ ਰਿਹਾ ਸੀ ਕਿ ਜਿਹੜੇ ਕਿਸਾਨੀ ਸੰਘਰਸ਼ 'ਚ ਅਲੱਗ-ਅਲੱਗ ਮੋਰਚਾ ਲਾਏ ਬੈਠੇ ਜਾਂ ਅਲੱਗ-ਅਲੱਗ ਵਿਚਾਰਾਂ ਦੇ ਲੋਕ ਨੇ, ਉਹ ਉੱਥੇ ਹੌਲੀ-ਹੌਲੀ ਕਰਕੇ ਪਹੁੰਚ ਗਏ ਤੇ ਜਿਹੜੀ ਉਹ ਵਿਗਾੜ ਪਿਆ। ਉਸ ਦੇ ਵਿੱਚ ਦੀਪ ਸਿੱਧੂ ਦਾ ਨਾਮ ਬਹੁਤ ਉੱਭਰ ਕੇ ਆਇਆ ਸੀਗਾ। ਤੇ ਪਿੱਛੇ ਜੇ ਤੁਸੀਂ ਦੇਖਿਆ ਕਿ ਜਿਹੜੀਆਂ ਉਹਨਾਂ ਨੂੰ ਕਸਟਡੀ 'ਚ ਵੀ ਰੱਖਿਆ ਗਿਆ, ਗ੍ਰਿਫਤਾਰੀ ਵੀ ਉਹਨਾਂ ਦੀ ਹੋਈ, ਉਹਦੇ ਬਾਅਦ ਫਿਰ ਜ਼ਮਾਨਤ ਵੀ ਹੋ ਗਈ, ਹੁਣ ਜ਼ਮਾਨਤ 'ਤੇ ਬਾਹਰ ਵੀ ਨੇ, ਜੇ ਚਲਾਨ ਵੀ ਪੇਸ਼ ਹੋ ਗਿਆ ਉਹਦੇ 'ਚ ਉਹਨਾਂ ਦਾ ਨਾਮ ਹੈ ਤੇ ਹੋਰ ਕਈਆਂ ਦਾ ਵੀ। ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਦਿੱਲੀ ਪੁਲਿਸ ਨੂੰ ਸਵਾਲ ਪੁੱਛੂੰਗਾ, ਤੁਸੀਂ ਕਿਸਾਨਾਂ ਦੇ ਉੱਤੇ ਤਾਂ ਦੇਸ਼ ਦਰੋਹ ਦਾ ਪਰਚਾ ਕਰ ਰਹੇ ਹੋ। ਉਹ ਕਿਸਾਨ ਜਿਹੜੇ ਵਿਚਾਰੇ ਭੋਲੇ ਭਾਲੇ, ਜਿਨ੍ਹਾਂ ਨੂੰ ਪਤਾ ਨਹੀਂ, ਜਿਨ੍ਹਾਂ ਨੂੰ ਵਗਰਾ ਕੇ ਆਪਦੇ ਮਗਰ ਲਾ ਕੇ ਦੀਪ ਸਿੱਧੂ ਲਾਲ ਕਿਲੇ 'ਤੇ ਲੈ ਗਿਆ, ਤੇ ਦੀਪ ਸਿੱਧੂ ਦੇ ਉੱਤੇ ਤੁਸੀਂ ਮਾਮੂਲੀ ਜੀਆਂ ਧਾਰਾਵਾਂ ਲਾ ਕੇ ਉਹਦੇ 'ਤੇ FIR ਕੀਤੀ ਆ। ਦੀਪ ਸਿੱਧੂ ਦੇ ਉੱਤੇ ਕਿਉਂ ਨਹੀਂ ਦੇਸ਼ ਦਰੋਹ ਦਾ ਪਰਚਾ ਹੋਇਆ? ਇਸ ਗੱਲ ਤੋਂ ਹੀ ਪਤਾ ਚੱਲਦਾ ਵੀ ਇਹ ਸਰਕਾਰ ਤੇ ਦੀਪ ਸਿੱਧੂ ਰਲੇ ਹੋਏ ਨੇ। ਠੀਕ, ਇਹ ਜ਼ਮਾਨਤ 'ਤੇ ਬਾਹਰ ਕਿਵੇਂ ਆ ਗਿਆ? ਦੇਸ਼ ਦਰੋਹ ਹੀ ਹੋਵੇ ਤੇ ਜ਼ਮਾਨਤ 'ਤੇ ਬਾਹਰ ਕਿਵੇਂ ਆ ਜੇ? ਇਹੀ ਚੀਜ਼ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਜੀ। ਇੱਕ ਆਪਣੀ ਭਾਰਤ ਇੰਡੀਅਨ ਐਮਬੈਸੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਲੇਡੀ ਸੀਗੀ ਜੀ, ਉਹਨਾਂ ਦੇ ਉੱਤੇ ਪਰਚਾ ਹੋਇਆ ਸੀ, ਉਹ ਵਿਚਾਰੀ ਹਜੇ ਤੱਕ ਨਹੀਂ ਬਾਹਰ ਆਈ, ਉਹਦੇ 'ਤੇ ਵੀ ਦੇਸ਼ ਦਰੋਹ ਦਾ ਪਰਚਾ ਹੋਇਆ। ਦੇਸ਼ ਦਰੋਹ ਦਾ ਪਰਚਾ ਕੱਟਿਆ ਜਾਂਦਾ ਤੇ ਬਾਹਰ ਨਹੀਂ ਆਉਂਦਾ ਸੀ। ਇਹ ਆ ਕੇ ਹੁਣ ਮੀਡੀਆ ਦੇ ਵਿੱਚ ਗੱਲਾਂ ਨਹੀਂ ਕਰਦਾ ਸੀ। ਇਹ ਸਾਰੀ ਇਹਨਾਂ ਨੇ ਰਿਲੀ ਮਿਲੀ ਭਗਤ ਹੈ ਇਹਨਾਂ ਦੀ, ਇਹ ਸਾਰੀ ਰਾਜਨੀਤੀ ਆਪਦੀ ਖੇਡ ਰਹੇ ਨੇ। ਮੈਂ ਦੀਪ ਸਿੱਧੂ ਨੂੰ ਤੁਹਾਡੇ ਚੈਨਲ ਦੇ ਥਰੂ ਓਪਨ ਚੈਲੰਜ ਆ ਮੇਰਾ ਵੀ ਜੇ ਉਹ ਸਹੀ ਹੈ ਨਾ, ਸੱਚਾ, ਤੇ ਜੇ ਸੱਚੇ ਦਿਲੋਂ ਕਿਸਾਨਾਂ ਦੇ ਨਾਲ ਉਹ ਖੜਾ, ਤੇ ਕੋਈ ਰਾਜਨੀਤਿਕ ਲਾਲਸਾ ਨਹੀਂ ਉਹਨੂੰ, ਕੋਈ ਰਾਜਨੀਤਿਕ ਇਲੈਕਸ਼ਨ ਦੀ ਨਹੀਂ ਗੀ ਜਾਂ ਕੋਈ ਰਾਜਨੀਤਿਕ ਪਾਵਰ ਦੀ ਨਹੀਂ ਗੀ, ਤਾਂ ਮੇਰੇ ਨਾਲ ਸਿੱਧੀਆਂ ਆ ਕੇ ਡਿਬੇਟ ਕਰੇ ਤੇ ਮੈਂ ਚੰਦ ਸਵਾਲ ਉਹਨੂੰ ਪੁੱਛੂੰਗਾ ਤੇ ਉਹ ਮੈਨੂੰ ਪੁੱਛ ਲੇ। ਤੇ ਜੇ ਮੈਂ ਕਸੂਰ ਪਾਇਆ ਗਿਆ ਤੇ ਜੇ ਮੈਂ ਜਵਾਬ ਨਾ ਦੇ ਸਕਿਆ ਤੇ ਜੋ ਕਹੂਗਾ ਮੈਂ ਉਹ ਮੰਨੂਗਾ। ਜੇ ਉਹ ਕਸੂਰਵਾਰ ਪਾਇਆ ਜਾਊਗਾ ਤੇ ਜੋ ਫਿਰ ਦੇਸ਼ ਦੀ ਜਨਤਾ ਜਾਂ ਕਿਸਾਨ ਕਹਿਣਗੇ ਉਹਨੂੰ ਉਹ ਮੰਨਣਾ ਪਊਗਾ। ਪਹਿਲਾ ਸਵਾਲ ਤਾਂ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਉਹਨੂੰ ਪੁੱਛ ਹੀ ਲੈਣਾ ਵੀ ਤੂੰ ਕਹਿ ਰਿਹਾ ਜੀ ਇਸ ਇੰਸੀਡੈਂਟ ਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ। ਮੈਂ ਖੁਦ ਗਵਾਹ, ਮੇਰੇ ਨਾਲ 3 ਬੰਦੇ ਹੋਰ ਗਵਾਹ ਨੇ, ਤਰਲੋਚਨ ਸਿੰਘ ਜੀ, ਚੌਧਰੀ ਰਣਧੀਰ ਸਿੰਘ ਜੀ ਤੇ ਜੈ ਸਿੰਘ। ਠੀਕ, ਅਸੀਂ ਜਦੋਂ ਤੂੰ ਲਾਲ ਕਿਲੇ ਦੇ ਉੱਪਰ ਚੜ੍ਹਿਆ ਸੀ ਤੇ ਤੇਰੇ ਨਾਲ ਬੰਦੇ ਸਨ ਜਿਹੜੇ ਤੇਰੇ ਆਪਦੇ ਹੀ ਟਟਪੁੰਜੀਏ, ਤੂੰ ਉਹਨਾਂ ਨੂੰ ਚੜ੍ਹਾ ਕੇ ਉੱਥੇ ਕੇਸਰੀ ਝੰਡਾ ਚੜ੍ਹਾਇਆ ਸੀ ਤੇ ਕੇਸਰੀ ਝੰਡਾ ਚੜ੍ਹਾਇਆ ਸੀ। ਮੈਂ ਸਰਕਾਰ ਨੂੰ ਵੀ ਪੁੱਛੂੰਗਾ 26 ਜਨਵਰੀ ਹੋਵੇ ਜੀ, ਤੇ ਮੈਂ ਦੇਸ਼ ਦੀ ਜਨਤਾ ਨੂੰ ਵੀ ਕਹੂੰਗਾ ਵੀ ਸੋਚਣ ਵਾਲੀ ਗੱਲ ਆ ਜੀ। ਇਹ ਨਾ ਸਮਝੋ ਕਿਤੇ ਮੈਂ ਵੈਸੇ ਹੀ ਕਹਿ ਰਿਹਾ, ਸੋਚ ਕੇ ਤੁਸੀਂ ਵੀ ਦੇਖਿਓ ਵੀ ਸਰਕਾਰ ਨਾਲ ਇਹਦੇ ਨਾਲ ਕੋਈ ਮਿਲੀ ਭਗਤ ਆ ਕਿ ਨਹੀਂ।
26 ਜਨਵਰੀ ਹੋਵੇ, ਦੇਸ਼ ਦੇ ਵਿੱਚ ਰਾਸ਼ਟਰਪਤੀ ਇੰਡੀਆ ਗੇਟ ਦੇ ਉੱਤੇ 26 ਜਨਵਰੀ ਮਨਾ ਰਿਹਾ ਹੋਵੇ, ਤੇ ਲਾਲ ਕਿਲੇ ਦਾ ਜਿਹੜਾ ਝੰਡਾ ਜਿੱਥੇ 15 ਅਗਸਤ ਨੂੰ ਨਰਿੰਦਰ ਮੋਦੀ ਝੰਡਾ ਚੜਾਉਂਦਾ ਜਾਂ ਕੋਈ ਵੀ ਪ੍ਰਾਈਮ ਮਿਨਿਸਟਰ ਹੋਵੇ ਉਹ ਝੰਡਾ ਚੜਾਉਂਦਾ, ਤੇ ਉਹ ਪੋਲ ਆ ਜਿਹੜਾ ਉਹ ਬਿਨਾਂ ਤਿਰੰਗੇ ਦੇ ਖੜਾ ਹੋਵੇ, ਉੱਥੇ ਤਿਰੰਗਾ ਝੂਲ ਹੀ ਨਾ ਰਿਹਾ ਹੋਵੇ। ਉਹ ਕਾਹਦੇ ਲਈ ਸੀ? ਉਹ ਇਸੇ ਕਰਕੇ ਸੀ, ਇਹਨਾਂ ਦੀ ਰਿਲੀਮ ਵਕਤ ਸੀ ਵੀ ਜਿਹੜਾ ਵੀ ਬੰਦਾ ਉਹ ਪੋਲ ਤੇ ਚੜੂਗਾ ਤੇ ਜੇ ਉਹ ਤਿਰੰਗਾ ਝੰਡੇ ਨੂੰ ਲਾਊਗਾ, ਫਾੜੂਗਾ, ਤੇ ਉਹਦੇ ਉੱਤੇ ਦੇਸ਼ ਦਰੋਹ ਦਾ ਪਰਚਾ ਬਣ ਜਾਊਗਾ। ਇਸੇ ਕਰਕੇ ਇਹਨਾਂ ਨੇ ਉਹ ਪੋਲ ਖਾਲੀ ਰੱਖਿਆ ਹੋਇਆ ਸੀ ਪਹਿਲਾਂ ਹੀ ਸਿੱਧੂ ਦੇ ਨਾਲ ਮਿਲੀ ਭਗਤ ਕਰਕੇ, ਤੇ ਇਸੇ ਕਰਕੇ ਸਿੱਧੂ ਨੂੰ ਅੱਗੇ ਲਾ ਕੇ ਭੇਜਿਆ ਸੀ ਵੀ ਤੂੰ ਉਹ ਪੋਲ ਤੇ ਜਾ ਕੇ ਝੰਡਾ ਚੜਾ ਦੀ। ਇਹ ਵੀ ਸਿਆਣਾ, ਕਿਉਂਕਿ ਲਾਅ ਦਾ ਐਜੂਕੇਟ ਸਟੂਡੈਂਟ ਰਿਹਾ, ਇਹਨੇ LLB ਆ, ਇਹਨੂੰ ਵੀ ਪਤਾ ਵੀ ਜੇ ਮੈਂ ਝੰਡੇ ਨੂੰ ਹੱਥ ਪਾ ਲਿਆ ਤੇ ਮੇਰੇ ਉੱਤੇ ਪਰਚਾ ਬਣ ਜਾਊਗਾ। ਇਹਨੇ ਇਸੇ ਕਰਕੇ ਸਰਕਾਰ ਨਾਲ ਪਹਿਲਾਂ ਗੱਲ ਕਰਕੇ ਉਹ ਪੋਲ ਖਾਲੀ ਰਖਾਇਆ ਸੀ, ਉਹਦੇ ਤੇ ਝੰਡਾ ਨਹੀਂ ਫਹਿਰ ਰਿਹਾ ਸੀ ਵੀ ਮੈਂ ਆਪਦਾ ਝੰਡਾ ਚੜਾਊਂਗਾ ਤੇ ਮੈਨੂੰ ਦੂਜਾ ਨਾ ਲਾਉਣਾ ਪਵੇ, ਜੇ ਮੈਂ ਦੂਜਾ ਲਾ ਲਿਆ ਤੇ ਮੇਰੇ ਤੇ ਦੇਸ਼ ਦਰੋਹ ਦਾ ਪਰਚਾ ਹੋ ਜੂ। ਉਸ ਚੀਜ਼ ਨੂੰ ਦੇਖਦੇ ਹੋਏ ਇਹਨੇ ਜਦੋਂ ਉੱਥੇ ਝੰਡਾ ਚੜਾਇਆ ਜੀ ਆਪਦੇ ਬੰਦਿਆਂ ਨੂੰ ਚੜਾ ਕੇ, ਤੇ ਮੈਂ ਉਹ ਚੀਜ਼ ਨੂੰ ਦੇਖ ਕੇ ਮੇਰੇ ਨਾਲ ਉਹ ਬੰਦੇ ਵੀ ਗਏ ਆ, ਅਸੀਂ ਉੱਤੇ ਜਾ ਕੇ ਮੇਰੇ ਹੱਥ 'ਚ ਤਿਰੰਗਾ ਝੰਡਾ ਫੜਿਆ ਹੋਇਆ ਸੀ, ਮੈਂ ਜਾ ਕੇ ਉੱਪਰ ਜਾ ਕੇ ਲਾਲ ਕਿਲੇ ਦੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਇਹ ਗਲਤ ਕੰਮ ਕਰਾ ਰਹੇ ਹੋ, ਇਹਦੇ ਤੋਂ ਇਹ ਚੀਜ਼ ਨਾ ਕਰਾਓ, ਇਹ ਜਗ੍ਹਾ ਤਿਰੰਗੇ ਝੰਡੇ ਦੀ ਜਗ੍ਹਾ ਹੈ ਇੱਥੇ। ਉਸ ਤੋਂ ਬਾਅਦ ਥੱਲੇ ਕਿਸਾਨ ਜਥੇਬੰਦੀਆਂ ਦੇ ਝੰਡੇ ਚੜ੍ਹ ਸਕਦੇ ਨੇ ਜਾਂ ਕਿਸੇ ਹੋਰ ਦਾ ਝੰਡਾ ਚੜ੍ਹ ਸਕਦਾ, ਪਰ ਸਭ ਤੋਂ ਉੱਪਰ ਤਿਰੰਗਾ ਹੀ ਝੂਲੂਗਾ, ਤੇ ਇਹ ਚੀਜ਼ ਨਾ ਕਰਾਓ। ਉਹ ਮੈਨੂੰ ਅੱਗੋਂ ਕਹਿੰਦੇ ਜੀ, ਕਹਿੰਦੇ ਆ ਪਿੱਛੇ ਦੀਪ ਸਿੱਧੂ ਖੜਾ ਜੀ, ਜੋ ਕਿ ਉਹਨਾਂ ਦੇ ਸਰਕਲ ਬਣਾਇਆ ਹੋਇਆ ਸੀ ਪੁਲਿਸ ਵਾਲਿਆਂ ਨੇ ਆਪਦੇ ਵਿੱਚ, ਇਹਨੂੰ ਇਕੱਲੇ ਨੂੰ ਖੜਾਈ ਖੜੇ ਸੀਗੇ, ਤੇ ਮੈਨੂੰ ਕਹਿੰਦੇ ਜੀ ਇਹ ਦੀਪ ਸਿੱਧੂ ਨੂੰ ਤੁਸੀਂ ਪੁੱਛ ਲਓ, ਜੇ ਦੀਪ ਸਿੱਧੂ ਤੁਹਾਨੂੰ ਅੱਗੇ ਜਾਣ ਦਿੰਦਾ ਤੇ ਤੁਸੀਂ ਜਾ ਵੜਿਓ, ਨਹੀਂ ਤਾਂ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ। ਬਹੁਤ ਗੰਭੀਰ ਇਲਜ਼ਾਮ ਹੈਗਾ ਤੁਸੀਂ ਜਿਹੜਾ ਲਾ ਰਹੇ ਹੋ, ਤੇ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਇਹ ਕਿਉਂਕਿ ਹਜੇ ਕੇਸ ਚੱਲ ਰਿਹਾ ਹੈ, ਤੇ ਇਸ ਕੇਸ ਦੇ ਵਿੱਚ ਤੁਹਾਡੀ ਗਵਾਹੀ ਵੀ ਪੈ ਸਕਦੀ ਹੈ ਇਸ ਗੱਲ ਤੇ। ਮੈਂ ਕਹਿ ਰਿਹਾ ਪਵੇ, ਮੈਂ ਦੇਣ ਨੂੰ ਤਿਆਰ ਹਾਂ, ਗਵਾਹੀ ਛੱਡੋ, ਜੇ ਮੈਨੂੰ ਵੀ ਅਰੈਸਟ ਕਰਨਗੇ ਮੈਂ ਅਰੈਸਟ ਹੋਣ ਨੂੰ ਵੀ ਤਿਆਰ ਹਾਂ, ਪਰ ਜੋ ਸੱਚਾਈ ਹੈ ਉਹ ਸੱਚਾਈ ਦੇਸ਼ ਦੇ ਅੱਗੇ ਰੱਖਾਂਗੇ। ਮੈਨੂੰ ਇਹਨੇ ਇਹ ਗੱਲ ਕਹੀ ਜੀ, ਜਦੋਂ ਇਹ ਦੀਪ ਸਿੱਧੂ ਮੇਰੇ ਕੋਲੇ ਆ ਗਿਆ, ਮੈਂ ਇਹਨੂੰ ਕਿਹਾ, ਮੈਂ ਕਿਹਾ ਤੂੰ ਇਹ ਕੰਮ ਗਲਤ ਕਰਾ ਰਿਹਾ, ਮੇਰੇ ਹੱਥ 'ਚ ਤਿਰੰਗਾ ਝੰਡਾ, ਮੈਂ ਤਿਰੰਗਾ ਝੰਡਾ ਇੱਥੇ ਵੇਵ ਕਰਨਾ, ਕਿਉਂਕਿ ਝੰਡਾ ਉੱਤੇ ਪੋਲ ਤੇ ਤਾਂ ਤੂੰ ਜਿਹੜਾ ਕੰਮ ਕਰਨਾ ਸੀ ਕਰਤਾ, ਨਹੀਂ ਤਾਂ ਕਿਸਾਨਾਂ ਦਾ ਜਿਹੜਾ ਤੂੰ ਬੇੜਾ ਗਰਕ ਕਰਨ ਨੂੰ ਇੱਥੇ ਆਹ ਕੰਮ ਕੀਤਾ ਨਾ, ਵੀ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗ ਜੂਗਾ, ਉਸ ਚੀਜ਼ ਨੂੰ ਤੂੰ ਇਹ ਚੀਜ਼ ਨਾ ਕਰ। ਮੈਂ ਇਸ ਚੀਜ਼ ਨੂੰ ਰੋਕਣ ਦੇ ਲਈ ਉੱਥੇ ਝੰਡਾ ਵੇਵ ਕਰਨ ਦੀ ਕੋਸ਼ਿਸ਼ ਕੀਤੀ ਜੀ, ਤਿਰੰਗਾ। ਮੈਨੂੰ ਕਹਿੰਦਾ ਅੱਗੋਂ, ਕਹਿੰਦਾ ਜੀ ਇੱਥੇ ਜੋ ਝੰਡਾ ਚੜ੍ਹਨਾ ਸੀ ਉਹ ਤਾਂ ਚੜ੍ਹ ਗਿਆ, ਹੁਣ ਤੁਸੀਂ ਥੱਲੇ ਜਾਓ। ਮੈਂ ਕਿਹਾ ਥੱਲੇ ਕਿਉਂ ਜਾਈਏ, ਵੀ ਅਸੀਂ ਇੱਥੇ ਤਿਰੰਗਾ ਝੰਡਾ ਵੇਵ ਕਰਾਂਗੇ, ਤਿਰੰਗੇ ਨੂੰ ਲਹਿਰਾਵਾਂਗੇ ਅਸੀਂ। ਕਹਿੰਦਾ ਜੀ ਜੇ ਤੁਸੀਂ ਤਿਰੰਗਾ ਝੰਡਾ ਅੱਗੇ ਲੈ ਕੇ ਗਏ ਨਾ, ਮੈਂ ਤਿਰੰਗਾ ਜਾਂ ਲਾ ਕੇ ਥੱਲੇ ਸਿੱਟ ਦੂੰ, ਇਹ ਗੱਲ ਬੋਲਿਆ ਜੀ ਅੱਗੋਂ ਇਹ। ਤੇ ਜਦੋਂ ਇਹਨੇ ਇਹ ਗੱਲ ਬੋਲੀ ਮੈਨੂੰ, ਫਿਰ ਮੈਨੂੰ ਵੀ ਗੁੱਸਾ ਆ ਗਿਆ ਜੀ। ਮੈਂ ਇਹਨੂੰ ਕਿਹਾ ਵੀ ਤੂੰ ਤਿਰੰਗੇ ਨੂੰ ਹੱਥ ਦਾ ਲਾ ਕੇ ਦਿਖਾ, ਉਦੋਂ ਪਹਿਲਾਂ ਤੈਨੂੰ ਥੱਲੇ ਸਿੱਟ ਦੂੰ ਮੈਂ ਲਾਲ ਕਿਲੇ ਤੋਂ। ਮੈਂ ਕਿਹਾ ਤੂੰ ਤਿਰੰਗੇ ਨੂੰ ਤਾਂ ਹੱਥ ਦਾ ਲਾ, ਤੈਨੂੰ ਥੱਲੇ ਸਿੱਟ ਦੂੰ। ਜਦੋਂ ਮੈਂ ਇਹ ਗੱਲ ਕਹੀ ਜੀ ਇਹਨੂੰ, ਇਹ ਉੱਥੋਂ ਤੁਰ ਪਿਆ, ਇਹਨੇ ਆਪਦੇ ਬੰਦਿਆਂ ਨੂੰ ਇਸ਼ਾਰੇ ਨਾਲ ਬੁਲਾਇਆ, ਇਹਦੇ ਬੰਦੇ ਸਾਰੇ ਉੱਥੋਂ ਨਿਕਲ ਪਏ ਜੀ। ਨਿਕਲ ਕੇ ਥੱਲੜੀਆਂ ਸੀੜੀਆਂ ਤੇ ਆ ਗਏ, ਮੈਂ ਉੱਤੋਂ ਝੰਡਾ ਵੇਵ ਕਰਕੇ ਥੱਲੜੀਆਂ ਸੀੜੀਆਂ ਤੇ ਆ ਗਿਆ। ਇਹ ਉੱਥੇ ਮੈਨੂੰ ਦੇਖ ਕੇ ਫਿਰ ਇਹ ਮੈਨੂੰ ਦੇਖ ਕੇ ਉੱਥੋਂ ਵੀ ਤੁਰ ਪੈਣੇ, ਆਪਦੇ ਸਾਰੇ ਬੰਦਿਆਂ ਨੂੰ ਨਾਲ ਲਿਆ, ਜਿਹੜੀਆਂ ਥੱਲੇ ਸੀੜੀਆਂ ਉਤਰਦੀਆਂ ਲਾਲ ਕਿਲੇ ਤੋਂ, ਉੱਪਰੋਂ ਪ੍ਰਾਚੀਨ ਤੋਂ ਥੱਲੇ ਨੂੰ ਉਤਰਦੀਆਂ ਨੇ, ਉੱਥੇ ਗੁੱਸਮੁੱਸ ਕੀਤੀ ਉਹ ਬੰਦਿਆਂ ਨਾਲ। ਮੈਂ ਦੇਖ ਰਿਹਾ ਸੀ ਉੱਪਰੋਂ ਖੜਾ। ਮੇਰੇ ਨਾਲ ਇੱਕ ਕੋਈ ਮੁੰਡਾ ਸੀ ਮੁੰਬਈ ਤੋਂ, ਉਹ ਹਰਿਆਣੇ ਦਾ ਰਹਿਣ ਵਾਲਾ ਜੀ, ਮੈਂ ਉਹਦਾ ਨਾਂ ਨਹੀਂ ਜਾਣਦਾ ਗਾ, ਨਾ ਮੈਂ ਉਹਨੂੰ ਜਾਣਦਾ ਗਾ। ਉਹਨੇ ਆਪਦੇ ਕੈਮਰੇ 'ਚ ਰਿਕਾਰਡ ਵੀ ਕੀਤਾ ਗਾ, ਜੇ ਉਹ ਵਿਚਾਰਾ ਹੁਣ ਦੇਖ ਕੇ ਤੁਹਾਡੇ ਚੈਨਲ ਦੇ ਮਾਧਿਅਮ ਸ਼ਾਇਦ ਅੱਗੇ ਆ ਜੇ, ਉਹਨੇ ਰਿਕਾਰਡ ਵੀ ਕੀਤਾ ਵੀ ਕਿਹਨੇ ਜਾ ਕੇ ਪਹਿਲਾਂ ਉੱਥੇ ਸਟਾਰਟਿੰਗ ਕੀਤੀ ਆ। ਇਹ ਦੀਪ ਸਿੱਧੂ ਨੇ ਆਪਦੇ ਬੰਦਿਆਂ ਨੂੰ ਕੰਨ 'ਚ ਕਿਹਾ ਵੀ ਉਹ ਸਾਹਮਣੇ ਜਿਹੜਾ ਗੇਟ ਆ, ਉਂਗਲ ਕਰਕੇ ਕਹਿ ਰਿਹਾ ਸੀ ਜੀ ਇਹ, ਵੀ ਉਹ ਸਾਹਮਣੇ ਜਿਹੜਾ ਗੇਟ ਆ ਉਹਨੂੰ ਜਾ ਕੇ ਭੰਨੋ। ਇਹਨੂੰ ਪਤਾ ਸੀ, ਤਾਂ ਹੀ ਇਹਨੇ ਉਹਨਾਂ ਨੂੰ ਕਿਹਾ ਵੀ ਉਹਦੇ ਪਿੱਛੇ ਪੁਲਿਸ ਹੋਊਗੀ ਤੇ ਉਹ ਬਾਹਰ ਆਊਗੀ। ਉਹ ਗੇਟ ਨਾ ਜੀ ਇਹਦੇ 8-10 ਬੰਦਿਆਂ ਨੇ ਜਾ ਕੇ ਅੱਗੋਂ ਭੰਨਿਆ, ਜ਼ੋਰ ਦੀ ਥੜ ਮਾਰ ਕੇ। ਜਦੋਂ ਉਹ ਗੇਟ ਭੰਨਿਆ ਜੀ ਇਹਨਾਂ ਦੇ ਬੰਦਿਆਂ ਨੇ, ਫਿਰ ਅੰਦਰੋਂ ਪੁਲਿਸ ਨਿਕਲ ਕੇ ਆਈ ਆ, ਜੋ ਇਹਨਾਂ ਦੀ ਪਲੈਨਿੰਗ ਸੀਗੀ ਦੀਪ ਸਿੱਧੂ ਤੇ ਸਰਕਾਰ ਦੀ। ਅੰਦਰੋਂ ਪੁਲਿਸ ਨਿਕਲ ਕੇ ਆਈ ਆ, ਉਹਨਾਂ ਨੇ ਆਉਂਦੇ ਸਾਰ ਲਾਠੀਚਾਰਜ ਸ਼ੁਰੂ ਕਰਤਾ। ਉੱਥੇ ਨਿਹੰਗ ਸਿੰਘ ਵੀ ਸੀ, ਅਸੀਂ ਵੀ ਸੀ, ਕੁਝ ਹੋਰ ਕਿਸਾਨ ਵੀ ਸੀ। ਅਸੀਂ ਜਾ ਕੇ ਉਹ ਲਾਠੀਚਾਰਜ ਨੂੰ ਸ਼ਾਂਤ ਕਰਾਇਆ। ਸ਼ਾਂਤ ਕਰਾ ਕੇ ਅਸੀਂ ਪੁਲਿਸ ਵਾਲਿਆਂ ਨੂੰ ਵੀ ਅੰਦਰ ਭੇਜਿਆ, ਕਿਉਂਕਿ ਸਾਡੇ ਕਿਸਾਨ ਭਰਾ ਭਾਵੁਕ ਹੋ ਕੇ ਪੁਲਿਸ ਵਾਲਿਆਂ ਦੇ ਉੱਤੇ ਪੈ ਗਏ ਸੀ। ਅਸੀਂ ਕਿਸਾਨਾਂ ਭਰਾਵਾਂ ਨੂੰ ਵੀ ਅਸੀਂ ਸ਼ਾਂਤ ਕਰਾਇਆ, ਪੁਲਿਸ ਵਾਲਿਆਂ ਨੂੰ ਵੀ ਸ਼ਾਂਤ ਕਰਾ ਕੇ ਅਸੀਂ ਅੰਦਰ ਭੇਜਿਆ। ਇਨ ਦਾ ਮੀਨ ਟਾਈਮ ਉੱਥੇ 2 ਗੋਲੀਆਂ ਚੱਲਦੀਆਂ ਜੀ, ਜਿੱਥੋਂ ਅਸਲ ਕਹਾਣੀ ਵਿਗੜੀ ਆ। ਜਦੋਂ 2 ਗੋਲੀਆਂ ਚੱਲਦੀਆਂ ਨਾ ਜੀ, ਉਹ 2 ਗੋਲੀਆਂ ਪੁਲਿਸ ਵਾਲਿਆਂ ਨੇ ਨਹੀਂ ਚਲਾਈਆਂ ਹੋ ਸਕਦੀਆਂ, ਜਿੱਥੋਂ ਤੱਕ ਮੇਰੀ ਸੋਚ ਕਹਿੰਦੀ ਆ। ਕਿਉਂਕਿ ਪੁਲਿਸ ਨੂੰ ਹਮੇਸ਼ਾ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਜੀ, ਉਹਨੂੰ ਜੇ ਪਬਲਿਕ ਉਹਦੇ ਉੱਤੇ ਕੋਈ ਹਾਵੀ ਹੋ ਜੇ ਪੁਲਿਸ ਦੇ ਉੱਤੇ, ਜਾਂ ਕੋਈ ਜਨ ਅੰਦੋਲਨ ਹੈਵੀ ਹੋ ਜੇ, ਤਾਂ ਪੁਲਿਸ ਨੂੰ ਹਮੇਸ਼ਾ ਇਹ ਦੱਸਿਆ ਜਾਂਦਾ ਟ੍ਰੇਨਿੰਗ 'ਚ ਵੀ ਪਹਿਲਾਂ ਤੁਸੀਂ ਹਵਾਈ ਫਾਇਰ ਕਰਨੇ ਆ।
ਤੇ ਜਿੰਨੇ ਵੀ ਤੁਹਾਡੇ ਮੈਗਜ਼ੀਨ ਦੇ ਵਿੱਚ ਹੈਗੇ ਆ ਉਨੇ ਤੁਸੀਂ ਫਾਇਰ ਕਰਨੇ ਆ, ਸਿੱਧਾ ਸ਼ੂਟ ਨਹੀਂ ਕਰਨਾ। ਤੇ ਜਿਹੜੀਆਂ 2 ਗੋਲੀਆਂ ਚੱਲੀਆਂ ਸੀਗੀਆਂ ਤੇ ਜੇ ਪੁਲਿਸ ਚਲਾਉਂਦੀ ਤਾਂ 6-7 ਗੋਲੀਆਂ ਹਵਾ 'ਚ ਫਾਇਰ ਕਰਦੀ। 2 ਹੀ ਗੋਲੀਆਂ ਚੱਲੀਆਂ ਸੀ ਤੇ ਉਹ 2 ਗੋਲੀਆਂ ਸਿੱਧੀਆਂ ਸ਼ੂਟ ਕੀਤੀਆਂ ਗਈਆਂ ਸੀ ਜੀ। ਇੱਕ ਮੁੰਡੇ ਦੇ ਵਿਚਾਰੇ ਦੇ ਪੈਰਾਂ 'ਚ ਵੱਜੀ ਸੀ, ਇੱਕ ਦੇ ਛਾਤੀ 'ਚ ਵੱਜੀ ਸੀਗੀ। ਜਿਹਦੇ ਪੈਰ ਛਾਤੀ 'ਚ ਵੱਜੀ ਸੀ ਉਹ ਪੈਰਾਂ 'ਚ ਵੱਜੀ ਸੀ ਜਿਹੜੇ ਮੁੰਡੇ ਦੇ, ਉਹ ਬਿਲਕੁਲ ਮੇਰੇ ਕੋਲੇ ਸੀ ਜੀ। ਉਹਦਾ ਮੇਰੇ ਕੁੱਪੜਿਆਂ ਤੇ ਆ ਕੇ ਬਲੱਡ ਵੀ ਡਿੱਗਿਆ ਸੀ। ਇਹ ਉਦੋਂ ਬਾਅਦ ਇਹ ਗੋਲੀ ਚੱਲਣ ਤੋਂ ਬਾਅਦ ਦੀਪ ਸਿੱਧੂ ਉੱਥੋਂ ਭੱਜ ਗਿਆ। ਦੀਪ ਸਿੱਧੂ ਉੱਥੋਂ ਭੱਜ ਗਿਆ ਜੀ। ਅਸੀਂ ਵੀ ਉੱਥੇ ਹੀ ਸੀ, ਦੀਪ ਸਿੱਧੂ ਵੀ ਉੱਥੇ ਸੀ। ਅਸੀਂ ਤਾਂ ਦੀਪ ਸਿੱਧੂ ਦੇ ਇੰਸੀਡੈਂਟ ਕਰਨ ਤੋਂ ਬਾਅਦ ਉੱਥੋਂ ਭੱਜਣ ਤੋਂ ਬਾਅਦ ਅਸੀਂ ਅੱਧੇ ਘੰਟੇ ਬਾਅਦ ਉੱਥੋਂ ਚੱਲੇ ਹੋਵਾਂਗੇ ਜੀ। ਅਸੀਂ ਤਾਂ ਰਾਤ ਨੂੰ 10 ਵਜੇ ਸਿੰਘੂ ਬਾਰਡਰ ਤੇ ਪਹੁੰਚਦੇ ਹਾਂ ਤੇ ਦੀਪ ਸਿੱਧੂ ਸਾਡੇ ਤੋਂ ਅੱਧਾ ਘੰਟਾ ਪਹਿਲਾਂ ਚੱਲਦਾ ਤੇ ਅੱਧਾ ਘੰਟਾ ਪਹਿਲਾਂ ਚੱਲਣ ਤੋਂ ਬਾਅਦ 4:15 ਵਜੇ ਪੌਣੇ 5 ਵਜੇ ਇਹ ਸਿੰਘੂ ਵੀ ਟੱਪ ਕੇ ਅੱਗੇ ਸੁਖਦੇਵ ਢਾਬੇ ਤੇ ਪਹੁੰਚ ਜਾਂਦਾ। ਅਸੀਂ ਤਾਂ 4 ਘੰਟੇ ਅੱਧਾ ਘੰਟਾ ਬਸ ਸਿਰਫ ਅੱਧੇ ਘੰਟੇ ਦਾ ਡਿਫਰੈਂਸ ਸੀ ਸਾਡਾ ਚੱਲਣ 'ਚ। ਅਸੀਂ ਅੱਧਾ ਘੰਟਾ ਬਾਅਦ 'ਚੋਂ ਚੱਲਦੇ ਹਾਂ ਤੇ ਅਸੀਂ 11 ਵਜੇ ਪਹੁੰਚਦੇ ਹਾਂ ਸਿੰਘੂ ਬਾਰਡਰ ਤੇ, ਜੋ ਕਿ ਸੁਖਦੇਵ ਢਾਬੇ ਤੋਂ 25 ਕਿਲੋਮੀਟਰ ਪਿੱਛੇ ਆ। ਤੇ ਇਹ 5:15 ਪੌਣੇ 5 ਵਜੇ ਇਹ ਸੁਖਦੇਵ ਢਾਬੇ ਤੋਂ 25 ਕਿਲੋਮੀਟਰ ਅੱਗੇ ਸੁਖਦੇਵ ਢਾਬੇ ਤੇ ਪਹੁੰਚ ਜਾਂਦਾ ਹੈਗਾ, ਸਿੰਘੂ ਬਾਰਡਰ ਤੋਂ 25 ਕਿਲੋਮੀਟਰ ਅੱਗੇ। ਵਿਸ਼ਾ ਇੱਥੋਂ ਵੀ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਇਹਦੇ ਕੋਲੇ ਆ ਗਈ ਜਿਹਨੇ ਇਹਨੂੰ 1.5 ਘੰਟੇ 'ਚ ਲਾਲ ਕਿਲੇ ਤੋਂ ਚੱਕ ਕੇ ਸਿੱਧਾ ਸੁਖਦੇਵ ਢਾਬੇ ਤੇ ਮਾਰਿਆ। ਉੱਥੋਂ ਹੀ ਕਲੀਅਰ ਹੁੰਦਾ ਵੀ ਪੁਲਿਸ ਦੇ ਨਾਲ ਰਲਿਆ ਹੋਇਆ ਸੀ। ਦੂਜੀ ਗੱਲ ਇਹ ਆ ਵੀ ਇਹ ਕਹਿ ਰਿਹਾ ਜੀ ਮੈਂ ਤਾਂ ਉੱਥੇ ਉਹ ਬੰਦੇ ਤੋਂ ਮੋਟਰਸਾਈਕਲ ਮੰਗਿਆ ਸੀ, ਫਿਰ ਮੈਂ ਉਹਨੂੰ ਆਪਦਾ ਨੰਬਰ ਦਿੱਤਾ ਸੀ, ਮੈਂ ਉਹਨੂੰ ਆਪਦਾ ਸਾਰਾ ਐਡਰੈਸ ਲਿਖਾਇਆ ਸੀ, ਉਹ ਫਿਰ ਅੱਗੇ ਆ ਕੇ ਮੇਰੇ ਤੋਂ ਮੋਟਰਸਾਈਕਲ ਲੈ ਗਿਆ। ਆ ਕੇ ਪੁੱਛਣ ਵਾਲਾ ਹੋਵੇ ਤੂੰ ਫਿਲਮ ਸਟਾਰਿਆਂ ਵਾਂਗੂ ਜਿਵੇਂ ਫਿਲਮਾਂ ਦੇ ਵਿੱਚ ਦਿਖਾਉਂਦੇ ਆ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤੂੰ ਉਹੀ ਸਟੰਟ ਖੇਡਿਆ। ਤੂੰ ਉਹ ਰਿਕਾਰਡਿੰਗਾਂ ਸਾਰੀਆਂ ਪਈਆਂ, ਮੀਡੀਆ ਦੇ ਕੋਲੇ ਵੀ ਪਈਆਂ, ਆਮ ਪਬਲਿਕ ਕੋਲੇ ਵੀ ਪਈਆਂ। ਉੱਥੇ ਕਿਹੜਾ ਇਹੋ ਜਿਹਾ ਟਾਈਮ ਆ ਜਿੱਥੇ ਤੂੰ ਉਹਨੂੰ ਨੰਬਰ ਲਿਖਾ ਰਿਹਾ ਵੀ ਆਹ ਮੇਰਾ ਨੰਬਰ ਆ ਲਿਖ ਲਾ, ਜਾਂ ਉਹ ਕਿਹੜਾ ਤੇਰੀ ਵੇਟ ਕਰਕੇ ਤੇਰਾ ਐਡਰੈਸ ਲਿਖ ਰਿਹਾ। ਤੂੰ ਤਾਂ ਉਹਦੇ ਤੋਂ ਬਾਈਕ ਉਹਨੇ ਦਿੱਤੀ ਤੈਨੂੰ ਇਸ ਤਰ੍ਹਾਂ ਦਿੱਤੀ ਜਿਵੇਂ ਤੂੰ ਉਹਨੂੰ ਜਾਣਦਾ ਹੋਵੇਂ। ਉਹਨੇ ਤੈਨੂੰ ਬਾਈਕ ਫੜਾਈ ਆ, ਤੂੰ ਉਹਦੇ ਤੋਂ ਬਾਈਕ ਖੋਈ ਆ ਤੇ ਬਾਈਕ ਲੈ ਕੇ ਭੱਜ ਪਿਆ। ਤੂੰ ਜੇ ਅਸਲੀ ਦਮ ਸੀ ਤਾਂ ਫਿਰ ਖੜਦਾ, ਭੱਜਿਆ ਕਿਉਂ? ਜੇ ਤੂੰ ਸੱਚਾ ਸੀ ਤਾਂ ਫਿਰ ਰੁਕਦਾ, ਭੱਜਿਆ ਕਿਉਂ ਉੱਥੋਂ? ਕਾਰਨ ਇਹੀ ਸੀ ਭੱਜਣ ਦਾ ਕਿਉਂਕਿ ਪਬਲਿਕ ਨੂੰ ਲੱਗ ਗਿਆ ਸੀ ਪਤਾ ਤੇਰੇ ਕਾਰਨਾਮਿਆਂ ਦਾ ਵੀ ਅਸਲ ਕਹਾਣੀ ਤੇਰੀ ਆਹ, ਤਾਂ ਹੀ ਭਾਵ ਦਾ ਭੱਜਿਆ ਸੀ। ਤੇ ਜੇ ਤੂੰ ਸੱਚਾ ਸੀ ਤੇ ਫਿਰ ਪਹਿਲਾਂ ਹੀ ਜਾ ਕੇ ਤੂੰ ਗ੍ਰਿਫਤਾਰ ਕਿਉਂ ਨਹੀਂ ਹੋਇਆ? ਫਿਰ ਤੂੰ 15 ਦਿਨ 10 ਦਿਨ ਲੁਕਦਾ ਕਿਉਂ ਰਿਹਾ? ਇਸੇ ਕਰਕੇ ਲੁਕਦਾ ਰਿਹਾ ਵੀ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਮੇਰੀ ਪਬਲਿਸਿਟੀ ਬਣ ਜੇ, ਫਿਰ ਪਹਿਲਾਂ ਹੀ ਜੇਲ੍ਹ 'ਚ ਜਾਂਦਾ। ਜੇ ਤੂੰ ਸੱਚਾ ਸੀ ਤੇ ਫਿਰ ਤੂੰ ਉਹਨਾਂ ਨੂੰ ਪਹਿਲਾਂ ਹੀ ਕਿਉਂ ਇਹ ਕਿਹਾ ਵੀ ਉਸ ਪੋਲ ਦੇ ਉੱਤੇ ਤਿਰੰਗਾ ਨਾ ਚੜ੍ਹਾਇਓ ਜੀ? ਤਿਰੰਗਾ ਕਿਵੇਂ? ਉਹ 24 ਘੰਟੇ ਉੱਥੇ ਤਿਰੰਗਾ ਝੂਲਣ ਵਾਲਾ ਤੇ ਉੱਦਾਂ ਹੀ ਤਿਰੰਗਾ ਕਿਉਂ ਨਹੀਂ ਚੜ੍ਹਿਆ ਸੀ ਉੱਥੇ? ਠੀਕ ਹੈ। ਤੇ ਤੁਸੀਂ ਅੱਗੇ ਜਿਹੜਾ ਹੁਣ ਤੁਹਾਡਾ ਹੈਗਾ, ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਕੱਲ੍ਹ ਉਹਨਾਂ ਦੇ ਨਾਲ ਖੜ ਕੇ ਵੀ ਔਰ ਕਿਸਾਨਾਂ ਨੂੰ ਜਿਹੜਾ ਹੈਗਾ ਕਾਲਾ ਦਿਵਸ ਜਿਹੜਾ ਉਹਦੇ ਵਿੱਚ ਹੱਲਾਸ਼ੇਰੀ ਦਿਓਗੇ, ਜਾਂ ਮਤਲਬ ਅੱਗੇ ਤੁਹਾਡਾ ਕੀ ਪ੍ਰੋਗਰਾਮ ਉਲੀਕ ਰਹੇ ਹੋ ਤੁਸੀਂ? ਕਿਸਾਨ ਜਥੇਬੰਦੀਆਂ ਦੇ ਨਾਲ ਤਾਂ ਅਸੀਂ ਪਹਿਲਾਂ ਵੀ ਸੀ ਜੀ, ਹੁਣ ਵੀ ਆ। ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਅਸੀਂ ਖੁਦ ਕਿਸਾਨ ਆ। ਅਸੀਂ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨ ਜੋ ਕਾਨੂੰਨ ਲਿਆਂਦੇ ਗਏ ਸਾਨੂੰ ਮਾਰਨ ਲਈ ਲਿਆਂਦੇ ਗਏ, ਅਸੀਂ ਉਹ ਚੀਜ਼ ਨਹੀਂ ਮੰਨਾਂਗੇ। ਅਸੀਂ ਇਹ ਕਾਲਾ ਦਿਵਸ ਤਾਂ ਜੋ ਮਨਾਉਣਾ ਹੀ ਹੈ ਜੀ। ਅਸੀਂ ਇਹ ਵੀ ਦੱਸ ਰਹੇ ਹਾਂ ਵੀ ਜੇ ਸਰਕਾਰ ਨੇ ਜਲਦੀ ਨਾ ਇਹ ਕਾਨੂੰਨ ਵਾਪਸ ਲਏ ਤਾਂ ਅਸੀਂ ਇਹ ਅੰਦੋਲਨ ਨੂੰ ਹੋਰ ਤਕੜਾ ਕਰਾਂਗੇ। ਤਕੜਾ ਇੰਨਾ ਕੁ ਕਰਾਂਗੇ ਵੀ ਹੁਣ ਤਾਂ ਅਸੀਂ ਸਿੰਘੂ, ਟਿਕਰੀ ਤੇ ਗਾਜੀਪੁਰ ਬਾਰਡਰ 'ਤੇ ਆਣਾ ਜੀ। ਫਿਰ ਅਸੀਂ ਸਟੇਟਾਂ ਦੇ ਵਿੱਚ ਵੀ ਸ਼ੁਰੂ ਕਰਾਂਗੇ ਤੇ ਸਟੇਟਾਂ ਤੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਵੀ ਸ਼ੁਰੂ ਕਰਾਂਗੇ। ਦਿੱਲੀ ਦੇ ਵਿੱਚ ਜਾ ਕੇ ਅਸੀਂ ਧਰਨੇ ਲਾਵਾਂਗੇ, ਵਰਤ ਵੀ ਰੱਖਾਂਗੇ, ਮਰਨ ਵਰਤ ਵੀ ਰੱਖਾਂਗੇ ਅਸੀਂ, ਜੇ ਸਰਕਾਰਾਂ ਵਾਪਸ ਨਹੀਂ ਲੈਣਗੀਆਂ। ਪਰ ਅਸੀਂ ਇਹ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਆਵਾਂਗੇ। ਤਦ ਤੱਕ ਅਸੀਂ ਵਾਪਸ ਨਹੀਂ ਆਉਣਾ ਕਿਉਂਕਿ ਇਹ ਸਾਡੀ ਹੋਂਦ ਦੀ ਲੜਾਈ ਬਣ ਗਈ ਆ ਹੁਣ। ਤੇ ਇੱਕ ਤਾਨਾਸ਼ਾਹੀ ਸਰਕਾਰ ਤੇ ਕਿਸਾਨੀ ਹੋਂਦ ਉਹਦੀ ਆ। ਅਸੀਂ ਲੜਾਈ ਨਹੀਂ ਕਰ ਰਹੇ, ਅਸੀਂ ਤਾਂ ਅੱਜ ਵੀ ਬੇਨਤੀ ਕਰ ਰਹੇ ਹਾਂ ਵੀ ਸਰਕਾਰ ਸਾਨੂੰ ਉਸ ਮਜਬੂਰੀ 'ਚ ਨਾ ਲਿਆਵੇ ਵੀ ਸਾਨੂੰ ਉੱਥੇ ਸਰਕਾਰ ਨਾਲ ਲੜਾਈ ਲੜਨੀ ਪਵੇ। ਅਸੀਂ ਤਾਂ ਹੱਥ ਜੋੜ ਕੇ ਬੇਨਤੀ ਆ ਸਾਡੀ ਇਹ ਅੰਨੀ ਬੋਲੀ ਸਰਕਾਰ ਨੂੰ, ਜਿਹੜੇ ਆਪਦੇ ਆਪ ਨੂੰ ਚੌਕੀਦਾਰ ਕਹਾਉਂਦੇ ਆ ਉਹਨਾਂ ਨੂੰ, ਵੀ ਇਹ ਕਾਨੂੰਨ ਵਾਪਸ ਲੈ ਲਓ। ਇਹ ਕਾਨੂੰਨਾਂ ਨਾਲ ਫਰਕ ਨੁਕਸਾਨ ਹੀ ਨੁਕਸਾਨ ਆ। ਤੁਸੀਂ ਅੱਜ ਇਹ ਕਾਰਪੋਰੇਟ ਘਰਾਣਿਆਂ ਦੇ ਮਗਰ ਲੱਗ ਕੇ ਨਹੀਂ ਲੈ ਰਹੇ। ਆਉਣ ਵਾਲੇ ਸਮੇਂ 'ਚ ਤੁਹਾਡਾ ਤਾਂ ਪਰਿਵਾਰ ਹੈ ਨਹੀਂ ਪਰ ਤੁਹਾਡੇ ਨਾਲ ਮੰਤਰੀਆਂ ਦੇ ਪਰਿਵਾਰ ਜ਼ਰੂਰ ਆ। ਇਹ ਘਾਟ ਉਹਨਾਂ ਨੂੰ ਪੈਣੀ ਆ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਖਾਣ ਲਈ ਅਨਾਜ ਨਾ ਮਿਲਿਆ। ਬਹੁਤ ਬਹੁਤ ਧੰਨਵਾਦ ਜੀ। ਐਸੇ ਕਿ ਸਾਡੇ ਨਾਲ ਮਹੰਤ ਜਸਬੀਰ ਦਾਸ ਸਿੰਘ ਜੋ ਕਿ ਪ੍ਰਧਾਨ ਨੇ ਅਕਾਲੀ ਦਲ ਫੇਰੂਮਾਨ ਦੇ ਤੇ ਜਨਰਲ ਸਕੱਤਰ ਨੇ ਸਾਧੂ ਸਮਾਜ ਦੇ।
ਇਹਨਾਂ ਨੇ ਆਪਣੀ ਇੱਕ ਗੱਲ ਰੱਖੀ ਹੈ, ਆਪਣਾ ਜਿਹੜਾ ਪੱਖ ਰੱਖਣਾ ਚਾਹ ਰਹੇ ਸੀਗੇ। ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਪਹਿਲੇ ਵੀ ਸੀਗੇ, ਹੁਣ ਵੀ ਹੈਗੇ ਆ ਤੇ ਰਹਾਂਗੇ। ਕੱਲ ਕਾਲਾ ਦਿਵਸ ਜਿਹੜਾ ਮਨਾਉਣਾ ਚਾਹੀਦਾ ਹੈ ਔਰ ਪੂਰੇ ਹੁਮਾ ਕੇ ਮਨਾਉਣਾ ਚਾਹੀਦਾ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਦਾ ਸਰਕਾਰ ਦਾ ਰਵੱਈਆ ਜਿਹੜਾ ਇੱਦਾਂ ਅੜੀਅਲ ਹੀ ਰਿਹਾ ਤੇ ਉਹਨਾਂ ਨੇ ਤਿੰਨੋਂ ਕਾਨੂੰਨ ਵਾਪਸ ਨਾ ਲਏ ਤੇ ਅਸੀਂ ਦਿੱਲੀ ਦੇ ਅੰਦਰ ਜਾ ਕੇ ਆਪਣੀ ਜਿਹੜੀ ਹੈਗੀ ਹੈ ਅਗਲੀ ਕਾਰਵਾਈ ਕਰਾਂਗੇ, ਉੱਥੇ ਬੈਠਾਂਗੇ ਤੇ ਆਪਣਾ ਜਿਹੜਾ ਸੰਘਰਸ਼ ਹੈ ਉੱਥੇ ਜਾਰੀ ਰੱਖਾਂਗੇ ਤੇ ਇਸ ਦੇਸ਼ ਦੇ ਹੋਰ ਵੀ ਜਿਹੜੇ ਸੂਬੇ ਨੇ, ਹੋਰ ਜਗ੍ਹਾਵਾਂ ਤੇ ਅਸੀਂ ਆਪਣਾ ਸੰਘਰਸ਼ ਤਿੱਖਾ ਕਰਾਂਗੇ। ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਕਿਉਂਕਿ 47 ਦਿਨ ਪਹਿਲੇ ਵੀ ਜਿਹੜੀ ਹੈ ਮਰਨ ਵਰਤ ਰੱਖਿਆ ਸੀ, ਜੇ ਸਰਕਾਰਾਂ ਨਾ ਮੰਨੀਆਂ ਤਾਂ ਉਹ ਦੁਬਾਰਾ ਤੋਂ ਆਪਣਾ ਮਰਨ ਵਰਤ ਸਟਾਰਟ ਜਿਹੜਾ ਹੈ ਉਹ ਕਰ ਸਕਦੇ ਹੈ। ਕੈਮਰਾ ਪਰਸਨ ਜੇਪੀ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।